ਕਾਰ ਟੀਵੀ ਦੇ ਦਰਸ਼ਕੋ, ਮੈਂ ਰਿਸ਼ਪਾਲ ਸਿੰਘ ਤੇ ਸਾਡੇ ਨਾਲ ਜੁੜ ਰਹੇ ਨੇ ਡਾਕਟਰ ਅਮਨਦੀਪ ਸਿੰਘ ਹੁਸ਼ਿਆਰਪੁਰ। ਅਸੀਂ ਉਹਨਾਂ ਨਾਲ ਗੱਲ ਕਰਨ ਜਾ ਰਹੇ ਹਾਂ। ਹਰ ਸਾਲ ਜੋ 4 ਅਕਤੂਬਰ ਨੂੰ ਵਿਸ਼ਵ ਪਸ਼ੂ ਦਿਵਸ ਮਨਾਇਆ ਜਾਂਦਾ ਹੈ, ਵਰਲਡ ਐਨੀਮਲ ਡੇ, ਉਸ ਸੰਬੰਧ ਵਿੱਚ ਗੱਲ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਦੀ ਸ਼ੁਰੂਆਤ ਕਰੀਏ, ਡਾਕਟਰ ਅਮਨਦੀਪ ਸਿੰਘ ਜੀ, ਪੁਕਾਰ ਟੀਵੀ ਦੀ ਸਮੁੱਚੀ ਟੀਮ ਵੱਲੋਂ ਤੁਹਾਨੂੰ ਜੀ ਆਇਆਂ, ਤੁਹਾਡਾ ਨਿੱਘਾ ਸਵਾਗਤ ਜੀ। ਧੰਨਵਾਦ ਸਰ, ਥੈਂਕ ਯੂ ਜੀ, ਥੈਂਕ ਯੂ। ਡਾਕਟਰ ਸਾਹਿਬ, ਆਪਾਂ ਜਿਹੜਾ ਹਰ ਸਾਲ 4 ਅਕਤੂਬਰ ਨੂੰ ਵਰਲਡ ਐਨੀਮਲ ਡੇ ਮਨਾਇਆ ਜਾਂਦਾ ਹੈ, ਉਸ ਦੇ ਸੰਬੰਧ ਵਿੱਚ ਤੁਹਾਡੇ ਕੋਲੋਂ ਬਹੁਤ ਸਾਰੀ ਜਾਣਕਾਰੀ ਲੈਣੀ ਹੈ। ਮੈਂ ਦਰਸ਼ਕਾਂ ਨੂੰ ਇਹ ਦੱਸਣ ਵਿੱਚ ਖੁਸ਼ੀ ਮਹਿਸੂਸ ਕਰਾਂਗਾ ਕਿ ਡਾਕਟਰ ਅਮਨਦੀਪ ਸਿੰਘ ਇਲੈਕਟ੍ਰੋਨਿਕ ਵਰਲਡ ਦੇ ਡਾਕਟਰ ਨੇ, ਲੇਕਿਨ ਉਹ ਐਨੀਮਲ ਵਰਲਡ ਦੇ ਵਿੱਚ, ਪਸ਼ੂ ਜਗਤ ਦੇ ਵਿੱਚ ਉਹਨਾਂ ਦੀ ਸੁਰੱਖਿਆ ਵਾਸਤੇ ਵੀ ਕੰਮ ਕਰ ਰਹੇ ਨੇ। ਔਰ ਇਸ ਦਿਨ ਦਾ ਸੰਬੰਧ ਵੀ ਪਸ਼ੂਆਂ ਤੇ ਪੰਛੀਆਂ ਦੀ ਸਾਂਭ ਸੰਭਾਲ ਨਾਲ ਹੈ। ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਕੋਲੋਂ ਜਾਣਕਾਰੀ ਲਵਾਂ, ਆਪਣੇ ਵੱਲੋਂ 1-2 ਸਤਰਾਂ ਮੈਂ ਇਹ ਕਹਿਣੀਆਂ ਚਾਹਾਂਗਾ ਕਿ ਸੂਰਜ ਮੰਡਲ ਦਾ ਇੱਕ ਅਦਭੁਤ ਗ੍ਰਹਿ ਹੈ ਇਹ ਪ੍ਰਿਥਵੀ, ਠੀਕ ਹੈ ਜੀ। ਇਸ ਵਿੱਚ ਅਸੀਂ ਗੁਰਬਾਣੀ 'ਚ ਪੜ੍ਹਦੇ ਵੀ, ਰੰਗੀ ਰੰਗੀ ਭਾਂਤੀ ਕਰ ਜਿਣਸੀ ਮਾਇਆ ਜਿਨ ਉਪਾਈ। ਰੰਗਾਂ ਰੰਗਾਂ ਤੇ ਭਾਂਤਾਂ ਦੇ, ਜਿਣਸਾਂ ਦੇ ਤੇ ਕਿਸਮਾਂ ਦੇ, ਨਸਲਾਂ ਦੇ ਪਸ਼ੂ ਨੇ, ਪੰਛੀ ਨੇ, ਜੀਵ ਤੇ ਜੰਤੂ ਨੇ ਮੌਜੂਦ ਨੇ, ਤੇ ਇਹਨਾਂ ਦਾ ਸਾਰੇ ਜੀਵਾਂ ਦਾ ਕਿਸੇ ਨਾ ਕਿਸੇ ਢੰਗ ਨਾਲ ਇੱਕ ਦੂਸਰੇ ਤੇ ਬਹੁਤ ਡੂੰਘਾ ਸੰਬੰਧ ਹੈ ਤੇ ਇੱਕ ਦੂਜੇ ਤੇ ਨਿਰਭਰ ਕਰਦੇ ਨੇ। ਇਹਨਾਂ ਦੀ ਹੋਂਦ ਜਿਹੜੀ ਆ ਕੁਦਰਤੀ ਚੌਗਿਰਦੇ ਤੇ ਵਾਤਾਵਰਨ ਨਾਲ ਜੁੜਦੀ ਹੈ। ਤੇ ਇਸ ਜਿਹੜਾ ਵਿਸ਼ਵ ਪਸ਼ੂ ਸੁਰੱਖਿਅਤ ਦਿਵਸ ਹੈ, ਇਸ ਮੌਕੇ ਤੇ ਅਸੀਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਇੱਕ ਇਲੈਕਟ੍ਰੋਨਿਕ ਜਗਤ ਦਾ ਮਨੁੱਖ, ਉਹ ਐਨੀਮਲ ਵਰਲਡ ਜਿਹੜਾ ਉਸ ਜਗਤ ਵਿੱਚ ਕੰਮ ਕਰ ਰਿਹਾ, ਕਿਵੇਂ ਕੰਮ ਕਰ ਰਹੇ ਹੋ? ਬੇਜ਼ਬਾਨਿਆਂ ਵਾਸਤੇ ਕੰਮ ਕਰ ਰਹੇ ਹੋ, ਮਨੁੱਖਾਂ ਵਾਸਤੇ ਔਰ ਮਾਨਵਤਾ ਵਾਸਤੇ ਲੋਕ ਬਹੁਤ ਕੰਮ ਕਰਦੇ ਨੇ, ਲੇਕਿਨ ਬੇਜ਼ਬਾਨਿਆਂ ਵਾਸਤੇ ਕੰਮ ਕਰਨਾ, ਜਿਹੜੇ ਦਿਖਦੇ ਬਿਨਾਂ ਹੁਣ ਕਿੱਥੇ ਨੇ ਤੇ ਇੱਕ ਸੜਕਾਂ ਤੇ ਵੀ ਤੁਰੇ ਫਿਰਦੇ ਹੋਣ, ਉਹਨਾਂ ਲਈ ਕੰਮ ਕਰਦੇ ਹੋ, ਕਿਵੇਂ ਕਰਦੇ ਹੋ? ਤੁਹਾਡੇ ਪ੍ਰੈਕਟੀਕਲ ਨੂੰ ਜਾਣਨਾ ਚਾਹੁੰਦੇ। ਹਾਂਜੀ, ਪਹਿਲਾਂ ਤਾਂ ਪੁਕਾਰ ਟੀਵੀ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਉਸ ਤੋਂ ਬਾਅਦ ਮੈਂ ਪੁਕਾਰ ਟੀਵੀ ਨੂੰ ਆਰਗੇਨਾਈਜ਼ ਕਰ ਰਹੇ ਔਰ ਜਿਹੜੇ ਇਸ ਇੰਟਰਵਿਊ ਨੂੰ ਸੰਚਾਲਿਤ ਕਰ ਰਹੇ ਆ ਸਰਦਾਰ ਰਿਸ਼ਪਾਲ ਸਿੰਘ ਜੀ, ਇਹਨਾਂ ਦਾ ਤਹਿ ਦਿਲੋਂ ਮੈਂ ਧੰਨਵਾਦੀ ਹਾਂ। ਉਹ ਧੰਨਵਾਦੀ ਇਸ ਕਰਕੇ ਨਹੀਂ ਕਿ ਮੇਰੀ ਇੰਟਰਵਿਊ ਇਸ ਵੇਲੇ ਇਸ ਚੈਨਲ ਦੇ ਉੱਤੇ ਚੱਲ ਰਹੀ ਹੈ, ਬਲਕਿ ਧੰਨਵਾਦੀ ਇਸ ਕਰਕੇ ਆ ਕਿ ਜਿਹੜੇ ਸੰਜੀਦਾ ਵਿਸ਼ੇ ਆ, ਕਿਉਂਕਿ ਅੱਜ ਜਿਹੜਾ ਸਾਡਾ ਸਿਸਟਮ ਆ, ਜਾਂ ਜਿਹੜਾ ਸਾਡਾ ਯੂਥ ਆ, ਜਾਂ ਜਿਹੜਾ ਸਾਡਾ ਸੋਸ਼ਲ ਮੀਡੀਆ ਆ, ਉਹਨੂੰ ਇਸ ਤਰ੍ਹਾਂ ਇੱਕ ਅਲੱਗ ਹੀ ਡਾਇਰੈਕਸ਼ਨ ਵਾਲੇ ਪਾਸੇ ਨੂੰ ਤੋਰ ਦਿੱਤਾ ਹੈ, ਜਿਹੜੇ ਕਿ ਅਨਨੈਸੈਸਰੀ ਮੁੱਦੇ, ਜਿਨ੍ਹਾਂ ਦਾ ਸਾਡੀ ਕਈ ਵਾਰੀ ਅਹਿਮ ਜ਼ਿੰਦਗੀ 'ਚ ਕੋਈ ਰੋਲ ਨਹੀਂ ਹੁੰਦਾ, ਕੋਈ ਸਾਡੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਕੋਈ ਸਕਾਰਾਤਮਕ ਪੱਖ ਨਹੀਂ ਹੁੰਦਾ, ਆਪਾਂ ਸਾਰਾ ਦਿਨ ਉਹਨਾਂ ਚੀਜ਼ਾਂ ਦੇ ਉੱਤੇ ਬਹਿਸ ਕਰਦੇ ਰਹਿੰਦੇ ਹਾਂ। ਤੇ ਪੁਕਾਰ ਟੀਵੀ ਦੀ ਜਿਹੜੀ ਇਹ ਪਹਿਲ ਵਾ, ਸਭ ਤੋਂ ਪਹਿਲਾਂ ਤਾਂ ਮੈਂ ਇਹਦੇ ਲਈ ਪੁਕਾਰ ਟੀਵੀ ਦੀ ਜੋ ਵੀ ਮੈਨੇਜਮੈਂਟ ਹੈਗੀ ਆ ਜਾਂ ਆਰਗੇਨਾਈਜ਼ਰਸ ਹੈਗੇ ਆ, ਉਹਨਾਂ ਨੂੰ ਮੈਂ ਵਧਾਈ ਦੇ ਪਾਤਰ ਸਮਝਦਾ ਕਿ ਉਹਨਾਂ ਨੇ ਇਸ ਸੰਜੀਦਾ ਮਸਲੇ ਨੂੰ ਛੂਹਿਆ ਔਰ ਕਿੰਨਾ ਇੰਪੋਰਟੈਂਟ ਆ ਇਹ ਆਪਾਂ ਨੂੰ ਇਸ ਇੰਟਰਵਿਊ 'ਚ ਚੱਲਦੇ ਚੱਲਦੇ ਪਤਾ ਲੱਗ ਜਾਣਾ ਹੈ ਜੀ। ਤੋ ਹੁਣ ਆਪ ਜੀ ਨੇ ਇੱਕ ਗੱਲ ਕਹੀ ਸੀ ਕਿ ਇੱਕ ਇਲੈਕਟ੍ਰੋਨਿਕਸ ਇੰਜੀਨੀਅਰ, ਇਲੈਕਟ੍ਰੋਨਿਕਸ ਫੀਲਡ ਦੇ ਵਿੱਚ ਜਿਹੜਾ ਡਾਕਟਰੇਟ ਹੈਗਾ ਆ, ਉਹ ਕਿੱਦਾਂ ਮਤਲਬ ਕਿ ਉਸ ਫੀਲਡ ਤੋਂ ਇੱਧਰਲੇ ਪਾਸੇ ਨੂੰ ਟਰਨ ਹੋਇਆ। ਤਾਂ ਉਹਨੂੰ ਬਹੁਤ ਹੀ ਸੰਖੇਪ ਸ਼ਬਦਾਂ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਅਸੀਂ ਜੋ ਵੀ ਕੁਝ ਬਣਦੇ ਹਾਂ, ਵੈਦਰ ਵੀ ਆਰ ਬਿਕਮਿੰਗ ਇਲੈਕਟ੍ਰੋਨਿਕਸ ਇੰਜੀਨੀਅਰ ਔਰ ਡਾਕਟਰੇਟ ਔਰ ਲਾਇਰ ਔਰ ਕੋਈ ਵੀ ਜਿਹੜਾ ਸਾਡਾ ਸੈਗਮੈਂਟ ਹੁੰਦਾ ਆ, ਉਹ ਸਾਰੀਆਂ ਚੀਜ਼ਾਂ ਸਾਡੀ ਲਾਈਫ ਦੇ ਵਿੱਚ ਬਾਅਦ ਚ ਆਉਂਦੀਆਂ, ਪਰ ਆਪਾਂ ਜੰਮਦੇ ਇੱਥੇ ਇਨਸਾਨ ਹੀ ਆ। ਔਰ ਜੇਕਰ ਆਪਾਂ ਡਾਰਵਿਨ ਦੀ ਥਿਊਰੀ ਦੇ ਅਕੋਰਡਿੰਗ ਔਰ ਆਪਾਂ ਧਾਰਮਿਕ ਗ੍ਰੰਥਾਂ ਦੇ ਵੀ ਬੇਸ ਨੂੰ ਆਧਾਰ ਨੂੰ ਮੰਨ ਲਈਏ, ਤਾਂ ਕਹਿੰਦੇ ਇਨਸਾਨ ਇਹਨਾਂ ਪਸ਼ੂ ਪੰਛੀਆਂ, ਪੌਦਿਆਂ, ਕੀਟ ਪਤੰਗਿਆਂ ਦੇ ਵਿੱਚੋਂ ਯਾਤਰਾ ਕਰਦਾ ਕਰਦਾ ਇਸ ਇਨਸਾਨ ਦੇ ਰੂਪ ਦੇ ਵਿੱਚ ਆਇਆ ਆ। ਤੋ ਸਾਡਾ ਸਾਰਿਆਂ ਦਾ, ਚਾਹੇ ਕੋਈ ਵੀ ਫੀਲਡ ਹੋਵੇ, ਸਾਡੇ ਰੁਜ਼ਗਾਰ ਦੇ ਸਾਧਨ ਚਾਹੇ ਕੋਈ ਵੀ ਹੋਣ, ਸਾਡੀ ਇੱਕ ਜ਼ਿੰਮੇਵਾਰੀ ਬਣਦੀ ਆ। ਉਹ ਜਿਹੜੀ ਜ਼ਿੰਮੇਵਾਰੀ ਆ, ਉਹ ਸਾਡੀ ਪੂਰੇ ਵਾਤਾਵਰਣ ਦੇ ਪ੍ਰਤੀ, ਪੂਰੇ ਜੀਵ ਜੰਤੂਆਂ ਦੇ ਪ੍ਰਤੀ, ਪੂਰੇ ਸਾਡੇ ਪਾਣੀਆਂ ਦੇ ਪ੍ਰਤੀ, ਸਾਡੇ ਕੁਦਰਤੀ ਸੰਸਾਧਨਾਂ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਜਿਹੜੀ ਬਣਦੀ ਹੈਗੀ ਆ। ਇਸ ਜ਼ਿੰਮੇਵਾਰੀ ਦਾ ਅਹਿਸਾਸ ਜੇ ਕਹੀਏ ਤੇ ਕਈ ਵਾਰੀ ਬੰਦੇ ਨੂੰ ਬਹੁਤ ਛੇਤੀ ਹੋ ਜਾਂਦਾ ਤੇ ਕਈ ਵਾਰੀ ਪੂਰੇ ਜੀਵਨ ਨਹੀਂ ਹੁੰਦਾ। ਤਾਂ ਮੈਨੂੰ ਜਿਹੜਾ ਇਸ ਜ਼ਿੰਮੇਵਾਰੀ ਦਾ ਅਹਿਸਾਸ ਆਪਣੀ ਡਾਕਟਰੇਟ ਦੀ ਡਿਗਰੀ ਦੇ ਦੌਰਾਨ ਮੇਰਾ ਜਿਹੜਾ ਵਿਸ਼ੇ ਸੀਗਾ ਉਹ ਇਹ ਸੀਗਾ ਕਿ ਮੋਬਾਈਲ ਫੋਨ ਦੇ ਐਂਟੀਨਾ ਦੀ ਕਾਰਜ क्षमता ਨੂੰ ਵਧਾਉਣਾ, ਯਾਨੀ ਜਿਹੜਾ ਸਿਗਨਲ ਅਸੀਂ ਰਿਸੀਵ ਕਰਦੇ ਹਾਂ ਮੋਬਾਈਲ ਫੋਨ ਦੇ ਉੱਤੇ, ਉਹ ਸਿਗਨਲ ਰਿਸੀਵ ਕਰਕੇ ਉਹਦੀ ਕਾਰਜ क्षमता ਨੂੰ ਵਧਾਉਣਾ।
ਤੇ ਉਦੋਂ ਮੈਂ ਉਹ ਕਾਰਜ क्षमता ਵਧਾਈ ਤੇ ਬੜੀ ਮੈਨੂੰ ਸਰਾਹਨਾ ਵੀ ਮਿਲੀ। ਪਰ ਇੱਕ ਮੇਰੇ ਦਿਮਾਗ ਦੇ ਵਿੱਚ ਇੱਕ ਵਿਚਾਰ ਪੈਦਾ ਹੋਇਆ ਵੀ ਜਿਹੜਾ ਐਂਟੀਨਾ ਆ, ਉਹ ਸਾਡਾ ਮਾਈਂਡ ਜਿਹੜਾ, ਇਹ ਵੀ ਇੱਕ ਐਂਟੀਨਾ ਹੀ ਆ, ਤੇ ਜਿਹੜੇ ਸਾਡੇ ਵਿਚਾਰ ਆ ਉਹ ਸਿਗਨਲ ਆ। ਅਸੀਂ ਚੀਜ਼ਾਂ ਦੇ ਸਿਗਨਲ ਤਾਂ ਵਧਾਈ ਜਾਂਦੇ ਆ, ਚੀਜ਼ਾਂ ਦੀ ਗੁਣਵੱਤਾ ਤਾਂ ਵਧਾਈ ਜਾਂਦੇ ਆ, ਪਰ ਅਸੀਂ ਇਨਸਾਨੀ ਦਿਮਾਗ ਦੀ ਗੁਣਵੱਤਾ ਕਿੱਦਾਂ ਵਧਾਵਾਂਗੇ ਕਿ ਅਸੀਂ ਵਾਪਸ ਗੁਰੂ ਪੀਰ ਪੈਗੰਬਰਾਂ ਦੀ ਧਰਤੀ ਵੱਲ ਨੂੰ ਤੁਰੀਏ, ਅਸੀਂ ਇਕਜੁੱਟਤਾ ਵੱਲ ਨੂੰ ਤੁਰੀਏ, ਅਸੀਂ ਵਨਨੈਸ ਵੱਲ ਨੂੰ ਤੁਰੀਏ, ਅਸੀਂ ਏਕ ਪਿਤਾ ਏਕ इसके हम बारिक वाले संदर्भ ਤੇ ਤੁਰੀਏ, ਅਸੀਂ ਮਾਨਸ ਕੀ ਜਾਤ ਸਭ ਏਕੇ ਪਹਿਚਾਨੋ ਵਾਲੇ ਸੰਦਰਭ ਤੇ ਤੁਰੀਏ। ਉਹ ਸੰਦਰਭ ਤੇ ਆਪਾਂ ਕਿਉਂ ਨਹੀਂ ਤੁਰ ਪਾ ਰਹੇ? ਕਿਉਂਕਿ ਦਿਮਾਗ ਐਂਟੀਨਾ ਜੀ, ਤੇ ਜਿਹੜਾ ਸਾਡਾ ਵਿਚਾਰ ਆ ਉਹਦਾ ਸਿਗਨਲ ਆ। ਮੈਂ ਕਿਹਾ ਵੀ ਡਾਕਟਰ ਸਾਹਿਬ, ਇਹ ਤੁਸੀਂ ਮੋਬਾਈਲ ਦਾ ਸਿਗਨਲ ਤਾਂ ਕਰ ਦਿੱਤਾ, ਆਪ ਐਂਟੀਨੇ ਵਧੀਆ ਬਣਾ ਲਏ, ਪਰ ਜਿਹੜਾ ਇਨਸਾਨ ਦਾ ਵਿਚਾਰ ਹੈ ਇਹ ਬਦਲਣ ਦੀ ਬਹੁਤ ਲੋੜ ਆ। ਕਿਉਂਕਿ ਇਸੇ ਕਰਕੇ ਆਪਾਂ ਬਹੁਤ ਪੜ੍ਹ ਲਿਖ ਕੇ, ਬਹੁਤ ਸਾਰੀਆਂ ਡਿਗਰੀਆਂ ਹਾਸਲ ਕਰਕੇ, ਬਹੁਤ ਸਾਰਾ ਪੈਸਾ ਕਮਾ ਕੇ ਵੀ ਅੱਜ ਅਸ਼ਾਂਤ ਆ। ਔਰ ਅਸ਼ਾਂਤੀ ਦੇ ਵਿੱਚੋਂ ਨਿਕਲ ਕੇ ਰਿਹਾ, ਅਸ਼ਾਂਤੀ ਦਾ ਰਿਸ਼ਪਾਲ ਜੀ ਦਾ ਆਊਟਕਮ ਆ ਰਿਹਾ ਹੈ, ਇਹਦਾ ਰਿਜ਼ਲਟ ਆ ਰਿਹਾ ਇਸ ਸ਼ਾਂਤੀ ਦਾ ਵੀ ਅਸੀਂ ਸਭੇ ਪੜ੍ਹੇ ਲਿਖੇ ਹਾਂ, ਪਰ ਸਾਡਾ ਵਾਤਾਵਰਨ ਲਗਾਤਾਰ ਡੈਮੇਜ ਹੁੰਦਾ ਜਾ ਰਿਹਾ ਜੀ। ਤੁਸੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਰਿਪੋਰਟ ਪੜ੍ਹੋ, ਸਾਡਾ ਜਿਹੜਾ 에ਅਰ ਕੁਆਲਿਟੀ ਇੰਡੈਕਸ ਆ ਉਹ ਥੱਲੇ ਨੂੰ ਜਾ ਰਿਹਾ। ਸਾਡੇ ਸੈਂਕੜੇ ਤੋਂ ਵੱਧ ਖੱਤੇ ਪਾਣੀ ਦੇ ਸੀਗੇ, ਪੰਜਾਬ ਦੇ ਪਾਣੀ ਜਿਹੜੇ ਧਰਤੀ ਥੱਲੇ ਆ, ਪਰ ਉਹ ਇੱਕ ਇਹੀ ਅਸ਼ਾਂਤੀ ਤੋਂ ਜਿਹੜੇ ਪੈਦਾ ਹੋਏ ਮਨੁੱਖ ਆ, ਉਹ ਚਾਹੇ ਕੋਈ ਵੀ ਆਪਾਂ ਕੈਟਾਗਰੀ ਕਹਿ ਲਈਏ, ਚਾਹੇ ਉਹ ਉਗਾਉਣ ਵਾਲੇ ਆ, ਚਾਹੇ ਖਾਣ ਵਾਲੇ ਆ, ਚਾਹੇ ਕੋਈ ਵੀ ਆ, ਸਾਰਿਆਂ ਨੇ ਰਲ ਕੇ ਉਹ ਪਾਣੀ ਦਾ ਜਿਹੜਾ ਡੈਮੇਜ ਕੀਤਾ ਆ ਅਸੀਂ, ਤੇ ਉਹ ਪਾਣੀ ਦੇ ਖੱਤੇ ਡਾਊਨ ਹੋ ਗਏ ਆ। ਉਸ ਤੋਂ ਬਾਅਦ ਇਸੇ ਅਸ਼ਾਂਤੀ ਦਾ ਪ੍ਰਤਾਪ ਆ ਕਿ ਜੰਗਲਾਂ ਦਾ ਜਿਹੜਾ ਕਵਰ ਹੋਆ, ਟਰੀ ਕਵਰ, ਉਹ ਘਟ ਰਿਹਾ, ਪ੍ਰਜਾਤੀਆਂ ਖਤਮ ਹੋ ਰਹੀਆਂ। ਤੋਂ ਉਸ ਅਸ਼ਾਂਤੀ ਦਾ ਹੀ ਇਹ ਰਿਜ਼ਲਟ ਆ। ਤੋਂ ਆਪਾਂ ਵਾਪਸ ਆਪਣੇ ਬੇਸ ਵੱਲ ਨੂੰ ਮੁੜਦੇ ਹੋਏ, ਜਿਸ ਬੇਸ ਤੋਂ ਆਪਾਂ ਪੈਦਾ ਹੋਏ, ਇਸ ਚੀਜ਼ ਨੇ ਮੈਨੂੰ ਖਿੱਚ ਮਾਰੀ। ਸੋ ਇਸੇ ਕਰਕੇ ਮੈਂ ਬੀਇੰਗ ਏ ਪ੍ਰੋਫੈਸਰ ਐਂਡ ਹੈਡ ਇਲੈਕਟ੍ਰੋਨਿਕਸ ਡਿਪਾਰਟਮੈਂਟ, ਸਨ 2017 ਜਨਵਰੀ ਦੇ ਵਿੱਚ ਆਈ ਰਿਜ਼ਾਈਨਡ ਦਾ ਜੌਬ ਫਰੋਮ ਲਾਇਲਪੁਰ ਖਾਲਸਾ ਕਾਲਜ ਆਫ ਇੰਜੀਨੀਅਰਿੰਗ, ਬਹੁਤ ਰਿਪਿਊਟਡ ਇੰਸਟੀਚਿਊਟ ਦੇ ਵਿੱਚ ਮੇਰੀ ਜੌਬ ਸੀਗੀ। ਤੇ ਮੈਨੂੰ ਲੱਗਿਆ ਕਿ ਇਹ ਜਿਹੜਾ ਕੰਮ ਆ, ਇਹ ਛੋਟਾ ਕੰਮ ਨਹੀਂ ਹੈਗਾ, ਇਹ ਬੇਜਵਾਨਾਂ ਦੀ ਜਵਾਨ ਬਣਨਾ ਸੌਖਾ ਨਹੀਂ ਹੈਗਾ। ਤਾਂ ਉਸ ਚੀਜ਼ ਨੂੰ ਰਿਜ਼ਾਈਨ ਕਰਕੇ ਇਹਨਾਂ ਦੀ ਸਟੱਡੀ ਕੀਤੀ, ਪਹਿਲਾਂ ਇਸ਼ੂਜ਼ ਨੂੰ ਸਮਝਿਆ ਵੀ ਇਸ਼ੂਜ਼ ਕੀ ਆ, ਕਿੱਦਾਂ ਸੋਲਵ ਕੀਤੇ ਜਾਣੇ ਚਾਹੀਦੇ ਆ, ਤਾਂ ਜਿਹੜਾ ਇਸ ਇਲੈਕਟ੍ਰੋਨਿਕਸ ਵਰਲਡ, ਜਿੱਦਾਂ ਤੁਸੀਂ ਕਿਹਾ, ਤੇ ਬੀਇੰਗ ਐਨ ਇਲੈਕਟ੍ਰੋਨਿਕਸ ਡਾਕਟਰੇਟ ਪਰਸਨ, ਮੈਂ ਉਧਰੋਂ ਟਰਨ ਹੋ ਕੇ ਇੱਕ ਨੈਚੁਰਲਿਸਟ, ਇੱਕ ਨੇਚਰ ਲਵਰ, ਇੱਕ ਕੰਜ਼ਰਵੇਸ਼ਨਿਸਟ ਦੇ ਤੌਰ ਦੇ ਉੱਤੇ ਆਪਣੀ ਸੰਸਥਾ ਜਿਹੜੀ ਖੋਲੀ ਆ, ਸੋਸ਼ਲ ਵੈਲਫੇਅਰ ਐਂਡ ਅਵੇਅਰਨੈਸ ਸੁਸਾਇਟੀ, ਜਿਹਦੇ ਤਹਿਤ ਆਪਾਂ ਸਨ 2016 ਅਪ੍ਰੈਲ ਤੋਂ ਤਕਰੀਬਨ ਲਗਾਤਾਰ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਹਾਂ। ਡਾਕਟਰ ਸਾਹਿਬ, ਇਲੈਕਟ੍ਰੋਨਿਕ ਇੰਜੀਨੀਅਰਿੰਗ ਤੇ ਸੋਸ਼ਲ ਇੰਜੀਨੀਅਰਿੰਗ ਉਹਦਾ ਇੱਕ ਸੰਗਮ ਬਣ ਗਿਆ, ਇਹ ਉਸ ਪਰਮਾਤਮਾ ਦਾ ਸ਼ੁਕਰ ਹੈ। ਤੇ ਆਪਾਂ ਆਪਣੇ ਉਸੇ ਵਿਸ਼ੇ ਤੇ ਕਿ ਇਹ ਵਰਲਡ ਐਨੀਮਲ ਡੇ ਕਿਉਂ ਮਨਾਉਣਾ ਸ਼ੁਰੂ ਕੀਤਾ, ਇਹਦੀ ਕੀ ਪਿੱਠ ਭੂਮੀ ਹੈ, ਇਹਦੀ ਜਾਣਕਾਰੀ ਦਿਓ, ਤੇ ਉਸ ਤੋਂ ਬਾਅਦ ਫਿਰ ਤੁਹਾਡਾ ਪ੍ਰੈਕਟੀਕਲ ਵੀ ਜਾਣਨਾ ਸੀ। ਰਿਸ਼ਪਾਲ ਜੀ, ਇਸ ਤਰ੍ਹਾਂ ਕਿ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਵੀ ਸਾਨੂੰ ਦਿਨ ਨਾ ਮਨਾਉਣੇ ਪੈਣ ਤਾਂ ਚੰਗੀ ਗੱਲ ਆ। ਉਹਦਾ ਕਾਰਨ ਹੈ ਜੀ, ਉਹਦਾ ਕਾਰਨ ਕੀ ਆ? ਦੇਖੋ, ਜੇ ਉਹ ਮੈਂ ਕਿਉਂ ਕਹਿਣਾ, ਚਾਹੇ ਆਪਾਂ ਉਹਨੂੰ ਧਾਰਮਿਕ ਲਹਿਜੇ 'ਚ ਸਮਝ ਲਈਏ ਜਾਂ ਵਿਗਿਆਨਿਕ ਲਹਿਜੇ ਦੇ ਵਿੱਚ ਸਮਝ ਲਈਏ, ਜਦੋਂ ਸਾਡੇ ਕੋਲ ਕੋਈ ਚੀਜ਼ਾਂ ਹੁੰਦੀਆਂ ਆ, ਉਸ ਵੇਲੇ ਆਪਾਂ ਉਹਨਾਂ ਦੀ ਕੇਅਰ ਨਹੀਂ ਕਰਦੇ, ਜਦੋਂ ਉਹ ਬਹੁਤਾਤ ਦੇ ਵਿੱਚ ਹੁੰਦੀਆਂ। ਇਹਨੂੰ ਮੈਂ ਅਕਸਰ, ਜਿਹੜੇ ਮੇਰੇ ਸਟੂਡੈਂਟਸ ਆ, ਵਿਦਿਆਰਥੀ ਹੈਗੇ ਆ ਨੇਚਰ ਦੇ ਫੀਲਡ ਦੇ ਵਿੱਚ, ਜਾਂ ਮੇਰੀਆਂ ਕਾਲਜਸ ਦੇ ਵਿੱਚ ਜਿਹੜੀਆਂ ਐਕਸਪਰਟ ਟਾਕਸ ਚੱਲਦੀਆਂ ਰਹਿੰਦੀਆਂ ਸਮੇਂ-ਸਮੇਂ ਤੇ ਉੱਥੇ ਮੈਂ ਅਕਸਰ ਇਸ ਗੱਲ ਨੂੰ ਏਦਾਂ ਕਹਿਣਾ ਹੁੰਦਾ ਵੀ ਖੂਹ ਉਦੋਂ ਪੱਟਿਆ ਜਾਣਾ ਚਾਹੀਦਾ ਜਿਸ ਵਕਤ ਤੁਹਾਨੂੰ ਪਿਆਸ ਨਹੀਂ ਲੱਗੀ, ਕਿਉਂਕਿ ਜਿੱਦਣ ਤੁਹਾਨੂੰ ਪਿਆਸ ਲੱਗ ਗਈ, ਗਲਾ ਸੁੱਕਿਆ ਆ, ਹਾਲਤ ਮਾੜੀ ਆ, ਉਦੋਂ ਤਾਂ ਖੁਰਪਾ ਵੀ ਨਹੀਂ ਚੱਲਣਾ ਆਪਣੇ ਕੋਲੋਂ। ਤੇ ਖੂਹ ਉਦੋਂ ਪੱਟਿਆ ਜਾਣਾ ਚਾਹੀਦਾ ਜਦੋਂ ਸਾਨੂੰ ਪਿਆਸ ਨਹੀਂ ਲੱਗੀ। ਪੈਸਿਆਂ ਦੀ ਬੱਚਤ ਤੁਸੀਂ ਉਦੋਂ ਕਰਨੀ ਆ ਜਦੋਂ ਪੈਸਿਆਂ ਦੀ ਬਿਲਕੁਲ ਲੋੜ ਨਹੀਂ ਹੈਗੀ, ਕਿਉਂਕਿ ਜਿੱਦਣ ਹਸਪੀਟਲਾਂ ਦੇ ਵਿੱਚ ਆਪਾਂ ਦਾਖਲ ਹੋ ਗਏ, ਉਦਣ ਪੈਸੇ ਖੁੱਲਣੇ ਆ, ਨਾ ਕਿ ਪੈਸੇ ਜੁੜਨੇ ਆ। ਤੇ ਪੈਸਿਆਂ ਨੂੰ ਉਦੋਂ ਬਚਾਉਣਾ ਹੈ ਜਦੋਂ ਉਹਨਾਂ ਦੀ ਬਿਲਕੁਲ ਲੋੜ ਨਹੀਂ ਹੈਗੀ। ਤੇ ਸਿਹਤ ਕਦੋਂ ਬਣਾਉਣੀ ਆ? ਸਿਹਤ ਉਦੋਂ ਬਣਦੀ ਆ ਜਦੋਂ ਸਾਨੂੰ ਸਿਹਤ ਬਣਾਉਣ ਦੀ ਲੋੜ ਹੀ ਕੋਈ ਨਹੀਂ, ਜਦੋਂ ਜਵਾਨ ਹੁੰਦੇ ਆ ਆਪਾਂ। ਕਿਉਂਕਿ ਜਿਸ ਵੇਲੇ ਸਿਹਤ ਵਿਗੜਦੀ ਹੈ, ਟਾਈਫਾਇਡ ਹੁੰਦਾ, ਡੇਂਗੂ ਦਾ ਅੱਜ ਕੱਲ੍ਹ ਦੇਖੋ ਫੁਹਾਰਾ ਚੱਲ ਰਿਹਾ ਆ, ਜਿਸ ਬੰਦੇ ਨੂੰ ਟਾਈਫਾਇਡ ਹੋ ਜਾਵੇ, ਬੁਖਾਰ ਹੋ ਜਾਵੇ, ਡੇਂਗੂ ਹੋ ਜਾਵੇ, ਤਾਂ ਮਹਾਰਾਜ 4 ਕਦਮ ਚੱਲ ਨਹੀਂ ਸਕਦਾ, ਉਹ ਜਿਮ ਕਿੱਥੇ ਜਾਊਗਾ, ਜਾਂ ਸੈਰ ਕਿੱਦਾਂ ਕਰੂਗਾ, ਜਾਂ ਉਹ ਐਕਸਰਸਾਈਜ਼ ਕਿੱਦਾਂ ਕਰੂਗਾ। ਸੋ ਖੂਹ ਉਦੋਂ ਪੱਟਣਾ ਜਦੋਂ ਸਾਨੂੰ ਪਾਣੀ ਦੀ ਲੋੜ ਨਹੀਂ। ਸਿਹਤ ਉਦੋਂ ਬਣਾਉਣੀ ਆ ਜਦੋਂ ਸਾਡੀ ਸਿਹਤ ਬਿਲਕੁਲ ਠੀਕ ਆ। ਪੈਸੇ ਅਸੀਂ ਉਦੋਂ ਜੋੜਨੇ ਸ਼ੁਰੂ ਕਰਨੇ ਜਦੋਂ ਬੱਚਤ ਦੀ ਕੋਈ ਲੋੜ ਨਹੀਂ ਆ, ਫਿਰ ਉਹ ਕੰਮ ਅੱਗੇ ਜਾ ਕੇ ਕੰਮ ਆਉਂਦੇ ਆ। ਤੇ ਪੰਛੀ ਜਾਨਵਰ ਵੀ ਅਸੀਂ ਇਸ ਸੰਦਰਭ ਜਾਂ ਇਸ ਚੀਜ਼ ਦੇ ਇੰਤਜ਼ਾਰ ਦੇ ਵਿੱਚ ਨਾ ਰਹੀਏ ਕਿ ਪ੍ਰਜਾਤੀਆਂ ਲੱਦ ਜਾਣਗੀਆਂ ਜਾਂ ਪ੍ਰਜਾਤੀਆਂ ਖਤਮ ਹੋ ਜਾਣਗੀਆਂ, ਉਸ ਤੋਂ ਬਾਅਦ ਆਪਾਂ ਫਿਰ ਤੁਰੀਏ। ਜਿੱਦਾਂ ਚਿੜੀਆਂ ਦੇ ਨਾਲ ਹੋਇਆ, ਵੈਸੇ ਤਾਂ ਚਲੋ ਚਿੜੀਆਂ ਦੁਬਾਰਾ ਸਰਵਾਈਵ ਕਰ ਗਈਆਂ ਜੀ,
ਤੇ ਬਹੁਤ ਸਾਰੇ ਉਹਦੇ ਮਤਲਬ ਕਿ ਕਨੈਕਸ਼ਨ ਸੀਗੇ ਵੀ ਚਿੜੀਆਂ ਕਿਉਂ ਡਾਊਨ ਗਈਆਂ। ਉਸ ਵਿਸ਼ੇ ਤੇ ਵਰਲਡ ਸਪੈਰੋ ਡੇ ਦੇ ਸੰਦਰਭ 'ਚ ਆਪਾਂ ਹੋਰ ਇੱਕ ਮੰਚ ਦੇ ਉੱਤੇ ਗੱਲ ਕਰਾਂਗੇ। ਤੋਂ ਵਰਲਡ ਸਪੈਰੋ ਡੇ ਜਿਹੜਾ 20 ਮਾਰਚ ਨੂੰ ਮਨਾਇਆ ਜਾਂਦਾ, ਉਹ ਕਿਉਂ ਮਨਾਇਆ ਜਾਣ ਲੱਗਾ? ਕਿਉਂਕਿ ਸਾਡੀਆਂ ਜਾਣੇ ਅਣਜਾਣੇ 'ਚ ਕੀਤੀਆਂ ਗਲਤੀਆਂ ਕਰਕੇ ਸਪੈਰੋਜ਼ ਯਾਨੀ ਚਿੜੀਆਂ ਦੀ ਗਿਣਤੀ ਬਹੁਤ ਜ਼ਿਆਦਾ ਰਛਪਾਲ ਜੀ ਘਟ ਗਈ। ਫਿਰ ਉਹ ਦਿਨ ਅਵੇਅਰਨੈਸ ਵਾਸਤੇ ਮਨਾਇਆ ਜਾਂਦਾ ਵੀ ਲੋਕਾਂ ਨੂੰ ਜਾਗ੍ਰਿਤੀ ਦਿੱਤੀ ਜਾਵੇ ਕਿ ਭਾਈ ਇਹਨਾਂ ਦਾ ਵੀ ਜੀਣ ਦਾ ਹੱਕ ਵਾ, ਇਹ ਵੀ ਇੱਕ ਇਕੋਲੋਜੀਕਲ ਬੈਲੈਂਸ ਦਾ ਪਾਰਟ ਆ, ਔਰ ਜੇ ਇਹ ਘਟਦੀਆਂ ਆ ਤਾਂ ਕੱਲੀਆਂ ਇਹ ਨਹੀਂ ਘਟਦੀਆਂ, ਉਹ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਹੁਤ ਤਰ੍ਹਾਂ ਦੇ ਘਾਟੇ, ਉਹਦੇ ਨਾਲ ਫਾਈਨੈਂਸ਼ੀਅਲ ਘਾਟੇ ਵੀ ਪੈਣੇ ਆ, ਸਾਈਕੋਲੋਜੀਕਲ ਘਾਟੇ ਵੀ ਪੈਣੇ ਆ, ਇਕਨੋਮਿਕਲ ਘਾਟੇ ਤਾਂ ਪੈਣੇ ਹੀ ਪੈਣੇ ਆ, ਤੇ ਹੈਲਥ ਰਿਲੇਟਡ ਘਾਟੇ ਵੀ ਪੈਣੇ ਆ। ਸੋ ਦਿਨ ਮਨਾਉਣ ਦਾ ਸੰਦਰਭ ਤਾਂ ਹੁੰਦਾ ਹੈ ਵੀ ਜਾਗਰੂਕਤਾ, ਪਰ ਮੈਂ ਇਹ ਕਹਿੰਦਾ ਵੀ ਜਾਗਰੂਕਤਾ ਸਾਨੂੰ ਸਮੇਂ ਸਿਰ ਆ ਜਾਵੇ ਕਿ ਸਾਨੂੰ ਉਹ ਸਾਡੇ ਕੋਲੋਂ ਚੀਜ਼ਾਂ ਖੋਸੇ ਜਾਣ, ਕਿਉਂਕਿ ਜਦੋਂ ਸਾਡੇ ਕੋਲ ਚਲੇ ਹੀ ਗਈਆਂ, ਹੁਣ ਜਿੱਦਾਂ ਵਾਈਟ ਆਪਾਂ ਗੈਂਡੇ ਦੀ ਗੱਲ ਕਰ ਲਈਏ ਜੀ, ਆਪਾਂ ਵਰਲਡ ਐਨੀਮਲ ਡੇ ਦੀ ਗੱਲ ਕਰਦੇ, ਜਿਹੜਾ 4 ਅਕਤੂਬਰ ਨੂੰ ਮਨਾਇਆ ਜਾ ਰਿਹਾ, ਤੋ ਜਿਹੜਾ ਵਾਈਲਡ ਜਿਹੜਾ ਸਿੰਗਲ ਹੌਰਨ ਰਾਈਨੋਸੌਰ ਹੈਗਾ ਵਾਈਟ ਦੇ ਵਿੱਚ, ਉਹ ਖਤਮ ਹੋ ਗਿਆ। ਉਹ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਵਿੱਚ ਲਾਸਟ ਯਾਨੀ ਕਿ ਸੀਗਾ, ਪੋਚਿੰਗ ਕਰਕੇ ਯਾਨੀ ਕਿ ਅਵੈਧ ਸ਼ਿਕਾਰ ਕਰਕੇ ਉਹਦਾ ਜਿਹੜਾ ਸਿੰਘ ਦੀ ਕੀਮਤ ਸੀਗੀ, ਤੇ ਉਹਦੇ ਕਰਕੇ ਯਾਨੀ ਕਿ ਉਹਦੀ ਹੰਟਿੰਗ ਜਿਹੜੀ ਸੀਗੀ, ਅਵੈਧ ਸ਼ਿਕਾਰ ਉਹਦਾ ਹੁੰਦਾ ਸੀਗਾ, ਹੁਣ ਉਹ ਖਤਮ ਹੋ ਗਿਆ। ਹੁਣ ਅਸੀਂ ਲੱਖਾਂ ਕਰੋੜਾਂ ਅਰਬਾਂ ਰੁਪਈਆ ਲਾ ਕੇ ਵੀ ਉਸ ਪ੍ਰਜਾਤੀ ਨੂੰ ਵਾਪਸ ਨਹੀਂ ਲਿਆ ਸਕਦੇ। ਔਰ ਜੇ ਅੱਜ ਅਸੀਂ 20 ਸਾਲ 25 ਸਾਲ ਦਾ ਪਿੱਪਲ ਕੱਟ ਦਈਏ ਤਾਂ ਉਸ ਪਿੱਪਲ ਨੂੰ ਮੁੜ ਕੇ ਓਡਾ ਵੱਡਾ ਬਣਨ ਨੂੰ ਜਸਪਾਲ ਜੀ ਸਾਲ 2 ਸਾਲ ਦਾ ਉੱਪਰ ਥੱਲੇ ਲੱਗ ਸਕਦੇ, ਪਰ ਏਦਾਂ ਨਹੀਂ ਵੀ 25 ਸਾਲ ਦਾ ਪਿੱਪਲ ਜਾਂ ਬੋਰਡ ਅਸੀਂ ਕੱਟਿਆ ਤੇ 2 ਦਿਨ ਦੇ ਵਿੱਚ ਬੂਟਾ ਜਿਹੜਾ ਹੈ ਉਹ ਲੱਗ ਜਾਊਗਾ। ਤੋਂ ਵਰਲਡ ਐਨੀਮਲ ਡੇ ਸਾਥੀਓ ਜਿਹੜਾ ਉਹ 4 ਅਕਤੂਬਰ ਨੂੰ ਮਨਾਇਆ ਜਾਂਦਾ, ਉਹ ਮਨਾਉਣ ਦਾ ਜਿਹੜਾ ਬੁੱਧੀਜੀਵੀਆਂ ਦਾ ਜਾਂ ਜਿਨ੍ਹਾਂ ਬੰਦਿਆਂ ਨੇ ਵੀ ਸਾਨੂੰ ਇਧਰਲੇ ਪਾਸੇ ਨੂੰ ਤੋਰਿਆ, ਇਹ ਦਿਨ ਕਿਉਂ ਬਣਾਏ ਗਏ? ਸਿਰਫ ਇਸ ਕਰਕੇ ਕਿ ਸਾਨੂੰ ਇਹ ਜਾਗਰਤੀ ਆਵੇ ਕਿ ਆਪਾਂ ਸਮੇਂ ਰਹਿੰਦੇ ਜਿੱਦਾਂ ਸਿਹਤ ਬਣਾਈਏ ਤੇ ਸਮੇਂ ਰਹਿੰਦੇ ਅਸੀਂ ਪੈਸਾ ਜੋੜਦੇ, ਏਦਾਂ ਹੀ ਆਪਾਂ ਸਮੇਂ ਰਹਿੰਦੇ ਇਹਨਾਂ ਪ੍ਰਜਾਤੀਆਂ ਨੂੰ ਬਚਾ ਕੇ ਰੱਖੀਏ। ਇਹ ਜਿਹੜੇ ਪਸ਼ੂ ਆ, ਕਹਿੰਦੇ ਵੀ ਇਹ ਜਿਹੜੀ ਧਰਤੀ ਆ ਸਾਡੇ ਸਭਨਾਂ ਦੀ ਆ, ਤੋਂ ਇਹਨਾਂ ਦਾ ਬਹੁਤ ਤਕੜਾ ਰੋਲ ਆ। ਉਹ ਜਦੋਂ ਇਹਨਾਂ ਨੇ ਚੱਲ ਜਾਣਾ ਆ, ਸਾਡੇ ਕੋਲ ਇਹ ਬਣਨੇ ਨਹੀਂ ਹੈਗੇ, ਅਸੀਂ ਪੈਸਿਆਂ ਦੇ ਢੇਰ ਲਾ ਦਈਏ, ਇਹ ਦੁਆਰਾ ਪ੍ਰਜਾਤੀਆਂ ਨਹੀਂ ਬਣਨੀਆਂ। ਤੇ ਜੋ ਇਹ ਸੇਵਾ ਨਿਭਾ ਰਹੇ ਆ ਵਿਚਾਰੇ ਮੂਕ ਪ੍ਰਾਣੀ, ਜਿਹੜੇ ਨਾ ਬੋਲਦੇ ਆ ਨਾ ਆਪਣਾ ਹੱਕ ਮੰਗਦੇ ਆ, ਜੋ ਇਹ ਸੇਵਾ ਨਿਭਾ ਰਹੇ ਆ, ਇੱਥੇ ਵੀ ਆਪਾਂ ਇਸੇ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਇਸੇ ਇੰਟਰਵਿਊ ਦੇ ਵਿੱਚ। ਤੇ ਇਹਨਾਂ ਦੇ ਪ੍ਰਤੀ ਸਾਡੀ ਜਾਗਰੂਕਤਾ ਹੋਵੇ, ਇਹਨਾਂ ਨੂੰ ਵੀ ਜੀਣ ਦਾ ਆਪਾਂ ਹੱਕ ਦਈਏ, ਇਹਨਾਂ ਦੇ ਹੱਕਾਂ ਨੂੰ ਆਪਾਂ ਨਜਾਇਜ਼ ਤੌਰ ਦੇ ਉੱਤੇ ਵੀ ਜੇ ਨਹੀਂ ਬੋਲਦੇ, ਠੀਕ ਹੈ ਨਾ ਜੀ, ਤੇ ਉਹਨਾਂ ਨੂੰ ਆਪਾਂ ਮਤਲਬ ਕਿ ਜੇ ਨਹੀਂ ਬੋਲਦੇ ਤਾਂ ਮਤਲਬ ਇਹ ਨਹੀਂ ਕਿ ਆਪਾਂ ਨਜਾਇਜ਼ ਫਾਇਦਾ ਇਨਸਾਨ ਸੁਪਰੀਮ ਹੋਣ ਦੇ ਨਾਤੇ ਲੈ ਕੇ ਤੇ ਉਹ ਆਪਾਂ ਇਹਨਾਂ ਦਾ ਘਾਣ ਕਰੀਏ, ਇਹਨਾਂ ਨੂੰ ਘਾਟਾ ਆਪਾਂ ਮਤਲਬ ਕਿ ਪਾਈਏ ਤੇ ਇਹਨਾਂ ਤੋਂ ਆਪਾਂ ਹੱਥ ਧੋ ਬੈਠੀਏ। ਇਸ ਕਰਕੇ ਜਿਹੜਾ ਵਰਲਡ ਐਨੀਮਲ ਡੇ ਆ 4 ਅਕਤੂਬਰ ਤੇ ਇਦਾਂ ਦੇ ਹੋਰ ਦਿਨ ਆ 2 ਅਕਤੂਬਰ ਤੋਂ ਲੈ ਕੇ 8 ਅਕਤੂਬਰ ਤੱਕ ਵਰਲਡ ਵਾਈਲਡ ਲਾਈਫ ਵੀਕ ਵੀ ਮਨਾਇਆ ਜਾਂਦਾ, ਤਾਂ ਕਿ ਸਾਨੂੰ ਇਹ ਸਿਆਣਪ ਸਾਡੇ ਵਿੱਚ ਪੈਦਾ ਹੋ ਜਾਵੇ, ਸਾਂਝ ਰਿਸ਼ਪਾਲ ਜੀ ਪੈਦਾ ਹੋ ਜਾਵੇ ਕਿ ਆਪਾਂ ਇਹਨਾਂ ਨੂੰ ਬਚਾਉਣਾ ਆ, ਨਾ ਕਿ ਆਪਾਂ ਇਹਨਾਂ ਤੋਂ ਹੱਥ ਧੋਣਾ ਆ। ਡਾਕਟਰ ਸਾਹਿਬ ਤੁਸੀਂ ਬਿਲਕੁਲ ਸਹੀ ਫਰਮਾਇਆ ਕਿ ਸਿਆਣਪ ਤੇ ਕਿਸੇ ਸਿਆਣੇ ਤੁਹਾਡੇ ਵਰਗੇ ਹੀ ਲੇਖਕ ਨੇ ਤੇ ਸਮਾਜਿਕ ਕਾਰਕੁਨ ਨੇ ਜਿਹੜਾ ਪਸ਼ੂਆਂ ਪੰਛੀਆਂ ਦੀ ਸੇਵਾ 'ਚ ਸੀ। ਹੈਨਰਿਚ ਜੈਮਨ ਜਿਹੜਾ ਬਰਲਿਨ ਦੇ ਵਿੱਚ ਜਰਮਨੀ ਦੇ ਵਿੱਚ ਇਹਦੀ ਸ਼ੁਰੂਆਤ 1925 'ਚ ਕਰਦਾ ਹੈ, ਤੇ ਉਹਦਾ ਦੇਖੋ ਸੁਨੇਹਾ ਕਿੱਥੇ ਤੱਕ ਪਹੁੰਚ ਗਿਆ ਕਿ ਅੱਜ ਹਰ ਸਾਲ ਇਹ ਦਿਨ ਮਨਾਇਆ ਜਾਂਦਾ। ਤੇ ਤੁਸੀਂ ਇੱਕ ਬੜੀ ਗੱਲ ਜਿਹੜੀ ਗੰਭੀਰਤਾ ਨਾਲ ਕਰਦੇ ਗਏ ਕਿ ਸਾਨੂੰ ਦਿਨ ਮਨਾਉਣੇ ਪੈਂਦੇ ਨੇ, ਅਸੀਂ ਗੁਰਪੁਰਬ ਵੀ ਮਨਾਉਂਦੇ ਹਾਂ, ਤੇ ਗੁਰਪੁਰਬ ਦਾ ਜਿਹੜਾ ਸੁਨੇਹਾ ਹੁੰਦਾ ਹੈ ਉਸ ਸੁਨੇਹੇ ਨਾਲ ਅਸੀਂ ਆਪਣੇ ਮਨ ਨੂੰ ਨਹੀਂ ਮਨਾਉਂਦੇ। ਗੁਰਪੁਰਬ ਜ਼ਰੂਰ ਅਸੀਂ ਮਨਾ ਲੈਂਦੇ ਹਾਂ, ਲੋੜ ਹੁੰਦੀ ਹੈ ਕਿ ਸਾਡਾ ਮਨ ਮੰਨ ਜਾਏ ਤੇ ਵਿਚਾਰ ਸਾਡਾ ਅੱਗੇ ਚੱਲ ਜਾਏ। ਤੁਸੀਂ ਬੜੀ ਵਧੀਆ ਗੱਲ ਕੀਤੀ ਡਾਕਟਰ ਸਾਹਿਬ। ਪੌਦਿਆਂ ਦਾ, ਪਸ਼ੂਆਂ ਦਾ, ਜੀਵਾਂ ਦਾ ਤੇ ਵਾਤਾਵਰਨ ਦਾ, ਇਹਨਾਂ ਦਾ ਆਪਸ ਵਿੱਚ ਬੜਾ ਗੂੜਾ ਸੰਬੰਧ ਹੈ, ਇੱਕ ਦੂਜੇ ਦੇ ਉੱਤੇ ਨਿਰਭਰ ਕਰਦੇ ਨੇ। ਤੇ ਇਹਨੂੰ ਪ੍ਰਸਥਿਤੀ ਵਿਗਿਆਨ ਵੀ ਕਹਿ ਦਿੰਦੇ ਆ, ਇਹਨੂੰ ਇਕੋਲੋਜੀ ਵੀ ਕਹਿ ਦਿੰਦੇ ਨੇ। ਤੇ ਉਹਦੇ ਵਿੱਚ ਹੀ ਸਿਆਣੇ ਫਿਰ ਇਹ ਮਹਿਸੂਸ ਕਰਦੇ ਨੇ ਕਿ ਇਕੱਲਾ ਮਨੁੱਖ ਇੱਥੇ ਜਿਉਂਦਾ ਨਹੀਂ ਰਹਿ ਸਕਦਾ, ਸਾਰਿਆਂ ਨੂੰ ਜਿਉਣ ਦਾ ਹੱਕ ਹੈ, ਉਹਨਾਂ ਦੇ ਨਿਵਾਸ ਦਾ ਉਹਨਾਂ ਨੂੰ ਹੱਕ ਹੈ, ਉਹਨਾਂ ਦੀ ਸੁਰੱਖਿਆ ਦਾ ਉਹਨਾਂ ਨੂੰ ਹੱਕ ਹੈ। ਤੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਪਸ਼ੂ ਪੰਛੀ ਜਿਹੜੇ ਨੇ ਉਹਨਾਂ ਦੇ ਨਿਵਾਸ ਵੀ ਉਹਨਾਂ ਕੋਲ ਨਹੀਂ ਰਹਿੰਦੇ। ਤੁਸੀਂ ਆਪ ਹੀ ਦੱਸਿਆ ਪ੍ਰਜਾਤੀਆਂ ਜਿਹੜੀਆਂ ਖਤਮ ਹੋ ਰਹੀਆਂ, ਤੇ ਇਹ ਵੀ ਦੇਖਿਆ ਕਿ ਉਹਨਾਂ ਦੀ ਸੁਰੱਖਿਆ ਨਹੀਂ ਰਹਿੰਦੀ। ਅਕਸਰ ਆਪਾਂ ਆਪਣੇ ਪਿੰਡਾਂ 'ਚ ਸ਼ਹਿਰਾਂ 'ਚ ਦੇਖਦੇ ਹਾਂ ਕਿ ਅੱਜ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਸਾਨ ਨੇ, ਗਾਈਆਂ ਨੇ, ਉਹ ਤੁਰੇ ਫਿਰਦੇ ਨੇ, ਕੁੱਤੇ ਕੁੱਤੀਆਂ ਤੁਰੇ ਫਿਰਦੇ ਨੇ ਔਰ ਜ਼ਖਮੀ ਹੋ ਜਾਂਦੇ ਨੇ। ਉਹਨਾਂ ਦਾ ਇਲਾਜ ਕੋਈ ਨਹੀਂ ਕਰਦਾ, ਕੋਈ ਐਂਬੂਲੈਂਸ ਨਹੀਂ ਹੁੰਦੀ, ਕੋਈ ਉਹਨਾਂ ਨੂੰ ਦੇਖਦਾ ਨਹੀਂ, ਸੁਣਦਾ ਨਹੀਂ। ਇਹੋ ਜਿਹੇ ਖੇਤਰ 'ਚ ਤੁਸੀਂ ਜਦੋਂ ਕੰਮ ਕਰ ਰਹੇ ਹੋ, ਤੁਸੀਂ ਕੀ ਸਮਝਦੇ ਕੀ ਹੋਣਾ ਚਾਹੀਦਾ ਤੇ ਕੀ ਹੋ ਰਿਹਾ? ਦੇਖੋ ਬਿਲਕੁਲ ਰਿਸ਼ਪਾਲ ਜੀ, ਤੁਹਾਡੀ ਗੱਲ ਸਹੀ ਹੈ ਵੀ ਇਹ ਜਿਹੜਾ ਸਾਰਾ ਜਿਹੜਾ ਵਾਤਾਵਰਨ ਆ ਵਿੱਚ ਹੀ ਸਾਡੇ ਕੁਦਰਤੀ ਸੰਸਾਧਨ ਹੈ, ਵਿੱਚ ਹੀ ਸਾਡੇ ਪੰਛੀ, ਜੰਗਲੀ ਜੀਵ
ਤੇ ਜਿਹੜੇ ਡੋਮੈਸਟਿਕ ਜਿਹੜੇ ਐਨੀਮਲਸ ਹੈਗੇ, ਜਾਨੀ ਕਿ ਜਿਹੜੇ ਆਪਣੇ ਸਿਟੀਜ਼ ਦੇ ਵਿੱਚ, ਦਾ ਆਪਾਂ ਕੁੱਤਿਆਂ ਦੀ, ਡੌਗਸ ਦੀ ਗੱਲ ਕਰ ਲਈਏ, ਜਾਂ ਬਿੱਲੀਆਂ ਦੀ ਗੱਲ ਕਰ ਲਈਏ, ਜਾਂ ਗਾਈਆਂ ਦੀ, ਸਾਨਾਂ ਦੀ ਗੱਲ ਕਰ ਲਈਏ, ਇਹ ਸਾਰੇ ਇੱਕ ਕੜੀ ਦਾ ਹਿੱਸਾ ਆ। ਔਰ ਇਹਨਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਆ, ਜਿਹੜੀ ਮੈਂ ਇੱਥੇ ਇਸ ਪੁਕਾਰ ਟੀਵੀ ਦੇ ਚੈਨਲ ਦੇ ਮਾਧਿਅਮ ਰਾਹੀਂ ਦਰਸ਼ਕਾਂ ਤੱਕ, ਸਾਡੇ ਸਮਾਜ ਦੇ ਬੁੱਧੀਜੀਵੀਆਂ ਤੱਕ, ਜਾਗੇ ਹੋਏ ਵਿਅਕਤੀਆਂ ਤੱਕ ਮੈਂ ਜਿਹੜੀ ਪਹੁੰਚਾਉਣਾ ਚਾਹੁੰਦਾ ਆ, ਕਿ ਅਸੀਂ ਜਦੋਂ ਵੀ ਦੇਖਦੇ ਆ ਕੋਈ ਜਿਹੜਾ ਪਲਾਂਟਸ ਤੇ ਜਾਨੀ ਕੰਮ ਕਰਦਾ, ਬੂਟਿਆਂ ਤੇ ਕੰਮ ਕਰਦਾ, ਉਹਦਾ ਹਮੇਸ਼ਾ ਇਹ ਸੰਦਰਭ ਹੁੰਦਾ ਕਿ ਯਾਰ ਬੂਟੇ ਹੀ ਪ੍ਰਾਈਮ ਆ, ਬਾਕੀ ਚੀਜ਼ਾਂ ਨੂੰ ਆਪਾਂ ਛੱਡ ਦਈਏ। ਇਹ ਤਾਂ ਗੱਲ ਠੀਕ ਆ ਵੀ ਹਰ ਇੱਕ ਬੰਦੇ ਦਾ ਇੱਕ ਕੈਟਾਗਰੀ ਹੁੰਦੀ ਹੈ, ਇੱਕ ਸੈਗਮੈਂਟ ਹੁੰਦਾ, ਉਹ ਸੈਗਮੈਂਟ 'ਚ ਕੰਮ ਕਰਦਾ। ਔਰ ਜਿਹੜਾ ਬੰਦਾ ਡੌਗਸ ਦੀ ਗੱਲ ਕਰਦਾ ਜਾਂ ਡੌਗਸ ਦੇ ਡੌਗ ਲਵਰ ਹੈਗਾ ਆ, ਉਹ ਸੁਸਾਇਟੀਆਂ ਜਾਨੀ ਸੰਸਥਾਵਾਂ ਹੈਗੀਆਂ ਵਧੀਆ ਕੰਮ ਕਰਦੀਆਂ, ਉਹਨਾਂ ਦਾ ਕੰਮ ਕਾਬਲੇ ਤਾਰੀਫ ਆਪਣੇ ਹੁਸ਼ਿਆਰਪੁਰ ਦੇ ਵਿੱਚ ਵੀ। ਪਰ ਜਦੋਂ ਜੰਗਲੀ ਜੀਵਾਂ ਦੀ ਗੱਲ ਆਉਂਦੀ ਆ, ਉਹ ਕਹਿੰਦੇ ਆਪਾਂ ਜੰਗਲੀ ਜੀਵਾਂ ਤੋਂ ਕੀ ਲੈਣਾ, ਆਪਾਂ ਤਾਂ ਕੁੱਤਿਆਂ ਦੁਆਲੇ ਜਾਨੀ ਕਿ ਕੰਮ ਕਰਨਾ ਆ। ਤੋ ਜਿਹੜੇ ਗਾਈਆਂ ਦੇ ਉੱਤੇ ਕੰਮ ਕਰਦੇ ਆ, ਉਹਨਾਂ ਨੂੰ ਜੇ ਕਦੇ ਆਪਾਂ ਘੋੜਿਆਂ ਦੀ ਗੱਲ ਕਰ ਲਈਏ, ਜਾਂ ਜਿਹੜੇ ਆਪਣੇ ਜਿੱਦਾਂ ਗਧੇ ਕਈ ਛੱਡ ਦਿੰਦੇ ਹੈਗੇ, ਜਿਹੜੇ ਮਤਲਬ ਪੂਰਾ ਪ੍ਰਯੋਗ ਕਰਕੇ ਜਾਂ ਦੁਰਵਰਤੋਂ ਕਰਕੇ, ਮੈਂ ਤਾਂ ਕਹਿੰਦਾ ਉਹਨਾਂ ਪੂਰਾ ਸ਼ੋਸ਼ਣ ਕਰਕੇ ਉਹਨਾਂ ਛੱਡ ਦਿੰਦੇ ਹੈਗੇ ਆ। ਜਦੋਂ ਉਹਨਾਂ ਨੂੰ ਕਈ ਵਾਰੀ ਕਾਲ ਕਰੀਦੀ ਆ, ਤੇ ਉਹ ਕਹਿੰਦੇ ਜੀ ਆਪਾਂ ਇਹਨਾਂ ਤੋਂ ਕੀ ਲੈਣਾ, ਜਾਂ ਆਪਾਂ ਮਤਲਬ ਕਿ ਆਪਾਂ ਤਾਂ ਦੇਖੋ ਆਪਣਾ ਇੱਕ ਸੈਗਮੈਂਟ ਚੰਗੀ ਗੱਲ ਆ। ਜਿੱਦਾਂ ਹੁਣ ਸਾਡੀ ਜਿਹੜੀ ਸੰਸਥਾ ਹੈਗੀ ਸੋਸ਼ਲ ਵੈਲਫੇਅਰ ਐਂਡ ਅਵੇਅਰਨੈਸ ਸੁਸਾਇਟੀ, ਸਾਡੇ ਮੁੱਖ 2 ਏਜੰਡੇ ਆ ਜੀ। ਲੋਕਾਂ ਨੂੰ ਭਾਵਨਾਤਮਿਕ ਤੌਰ ਦੇ ਉੱਤੇ ਜੰਗਲੀ ਜੀਵਾਂ ਦੇ ਨਾਲ, ਪੰਛੀਆਂ ਦੇ ਨਾਲ ਜੋੜਨਾ, ਤੇ ਜਿਹੜਾ ਪਲਾਂਟੇਸ਼ਨ ਹੈਗੀ ਆ, ਜਾਂ ਜਿਹਨੂੰ ਆਪਾਂ ਕੁਦਰਤ ਕਹਿੰਦੇ ਆ, ਜੰਗਲ ਕਹਿੰਦੇ ਆ, ਜਾਂ ਪੌਦੇ ਕਹਿੰਦੇ ਆ, ਉਹਨਾਂ ਨਾਲ ਜੋੜਨਾ। ਇਹ 2 ਸੈਗਮੈਂਟ ਦੇ ਉੱਤੇ ਅਸੀਂ ਕੰਮ ਕਰਦੇ ਆ। ਯਾਨੀ ਕਿ ਭਾਵਨਾਤਮਿਕ ਤੌਰ ਦੇ ਉੱਤੇ ਪੌਦਿਆਂ ਦੇ ਨਾਲ ਲੋਕਾਂ ਦੀ ਸਾਂਝ ਪੈਦਾ ਕਰਨੀ, ਤੇ ਜੰਗਲੀ ਜੀਵ ਤੇ ਪੰਛੀਆਂ ਦੇ ਪ੍ਰਤੀ ਜਿਹੜੀ ਲੋਕਾਂ ਦੀ ਸਾਂਝ ਪੈਦਾ ਕਰਨੀ। ਪਰ ਨਾਲ ਦੇ ਨਾਲ ਇਸ ਮਾਧਿਅਮ ਤੋਂ ਮੈਂ ਵੀ ਦੱਸਣਾ ਚਾਹੁੰਦਾ ਕਿ ਆਈ ਰਿਸਪੈਕਟ ਵੀ ਜਿਹੜੇ ਡੌਗਸ ਤੇ ਕੰਮ ਕਰਦੇ ਆ, ਉਹ ਵੀ ਬਹੁਤ ਕਾਬਲੇ ਤਾਰੀਫ ਆ। ਜਿਹੜੇ ਗਾਈਆਂ ਦੇ ਉੱਤੇ ਕੰਮ ਕਰਦੇ ਆ, ਉਹ ਵੀ ਬਹੁਤ ਅੱਛਾ ਕੰਮ ਕਰ ਰਹੇ ਆ। ਤੇ ਇੱਥੇ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਸੀਗਾ ਵੀ ਆਪਾਂ ਇਹਨਾਂ ਨੂੰ ਅਲੱਗ-ਅਲੱਗ ਸੈਗਮੈਂਟ ਕਰਕੇ ਨਾ ਦੇਖੀਏ, ਕੰਮ ਅਲੱਗ-ਅਲੱਗ ਆ। ਇਹਨੂੰ ਆਪਾਂ ਏਦਾਂ ਦੇਖੀਏ ਜਿੱਦਾਂ ਇੱਕ ਕਾਰ ਹੁੰਦੀ ਹੈ। ਹੁਣ ਉਸ ਕਾਰ ਦੇ ਵਿੱਚ ਟਾਇਰ ਜਿਹੜੇ ਆ ਹੋਰ ਆ, ਇੰਜਣ ਹੋਰ ਆ, ਉਹਦਾ ਐਕਸਲ ਹੋਰ ਆ, ਸਟੀਅਰਿੰਗ ਹੋਰ ਆ, ਵਿੱਚ ਬਹਿਣ ਵਾਲੀਆਂ ਸੀਟਾਂ ਹੋਰ। ਤੇ ਜੇ ਆਪਾਂ ਕਹਿ ਦਈਏ ਵੀ ਗੱਡੀ ਦੇ ਟਾਇਰ ਹੀ ਕੱਢ ਦਈਏ ਆਪਾਂ, ਤਾਂ ਫਿਰ ਉਹ ਗੱਡੀ ਨਹੀਂ ਰਹਿੰਦੀ, ਜਾਂ ਉਹ ਕਹਿ ਲਓ ਵੀ ਨਾਮ ਦੀ ਗੱਡੀ ਰਹਿਣੀ, ਉਹਨੇ ਚੱਲਣਾ ਨਹੀਂ। ਇਦਾਂ ਜੇ ਅਸੀਂ ਕਿ ਉਹਦੀ ਬੋਡੀ ਡੈਮੇਜ ਕਰ ਦਈਏ, ਬੋਡੀ ਕੱਢ ਦਈਏ, ਤਾਕੀਆਂ ਦੀ ਕੀ ਲੋੜ ਆ, ਗੱਡੀ ਤੇ ਚੱਲਦੀ ਆ, ਤਾਂ ਵੀ ਜਾਨੀ ਕਿ ਆਪਾਂ ਉਹਦੇ ਵਿੱਚ ਸਹਿਜ ਮਹਿਸੂਸ ਨਹੀਂ ਕਰ ਸਕਦੇ। ਸੋ ਜਿੱਦਾਂ ਗੱਡੀ ਦੇ ਜਿਹੜੇ ਸਾਰੇ ਪਾਰਟਸ ਆ, ਜਿਹੜੇ ਸਾਰੇ ਹਿੱਸੇ ਆ ਰਿਸ਼ਪਾਲ ਜੀ, ਉਹ ਸਾਰੇ ਮਿਲ ਕੇ ਇੱਕ ਗੱਡੀ ਦਾ ਰੂਪ ਦਿੰਦੇ ਆ। ਇਦਾਂ ਹੀ ਇਹ ਜਿਹੜਾ ਪੂਰਾ ਇਕੋਲੋਜੀਕਲ ਤਾਣਾ ਬਾਣਾ ਆ, ਜਿਹੜਾ ਇਹ ਸੰਪੂਰਨ ਜਿਹੜਾ ਤਾਣਾ ਬਾਣਾ ਬਣਿਆ ਆ, ਇਹ 'ਚ ਇਨਸਾਨ ਇਕੱਲਾ ਨਹੀਂ ਹੈਗਾ, ਇਹ ਸਾਰੇ ਕੜੀਆਂ ਆ। ਡੌਗਸ ਵੀ, ਕਾਊਜ਼ ਵੀ, ਠੀਕ ਹੈ ਨਾ ਜੀ, ਜਿਹੜੇ ਵੀ ਹੋਰ ਜਿੱਦਾਂ ਘੋੜੇ ਆ, ਜਾਂ ਗਧੇ ਆ, ਜਾਂ ਪੰਛੀ ਆ, ਜਾਂ ਜੰਗਲੀ ਜੀਵ ਆ, ਸਾਂਭਰ, ਲੈਪਰਡ, ਹਾਈਨਾਸ, ਇਹ ਸਾਰੇ ਹੀ ਮਿਲ ਕੇ ਇੱਕ ਜਿਹੜਾ ਤਾਣਾ ਬਾਣਾ ਇਕੋਲੋਜੀਕਲ ਬੈਲੈਂਸ ਬਣਾਉਂਦਾ ਆ। ਔਰ ਇਹਦੇ ਵਿੱਚੋਂ ਜਿਹੜੀ ਵੀ ਕੜੀ ਘਟੀ, ਉਹ ਉਹੀ ਆ ਵੀ ਜਿੱਦਾਂ ਗੱਡੀ 'ਚੋਂ 2 ਨਟ ਵੀ ਡਿੱਗੇ, ਸਾਨੂੰ ਲੱਗਣਾ ਤਾਂ ਇਹ ਆ ਵੀ ਗੱਡੀ ਤੇ ਚੱਲਦੀ ਆ, ਪਰ ਉਹ 2 ਨਟ ਡਿੱਗਣ ਦਾ ਘਾਟਾ ਕਿਤੇ ਨਾ ਕਿਤੇ ਐਕਸੀਡੈਂਟ ਦੇ ਰੂਪ ਦੇ ਵਿੱਚ, ਕਿਤੇ ਨਾ ਕਿਤੇ ਖੱਜਲ ਖੁਆਰੀ ਦੇ ਰੂਪ 'ਚ ਸਾਨੂੰ ਭੁਗਤਣਾ ਪੈਣਾ ਹੈ। ਸੋ ਹੁਣ ਗੱਲ ਆਦੀ, ਜਿਹੜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਿਹੜਾ ਫਿਰ ਮੈਸੇਜ ਕਹਿਣਾ ਚਾਹੂੰਗਾ ਵੀ ਮੇਰੇ ਕਹਿਣ ਦਾ ਭਾਵ ਆ ਵੀ ਇਹ ਸਾਰੀ ਜਿਹੜੀ ਚੀਜ਼ਾਂ ਨੂੰ ਇੱਕ ਕਰਕੇ ਦੇਖੀਏ, ਕੰਮ ਭਾਵੇਂ ਸਾਡੇ ਅਲੱਗ-ਅਲੱਗ ਆ, ਪਰ ਇਹਨੂੰ ਇੱਕ ਕਰਕੇ ਦੇਖੀਏ। ਦੂਜੇ ਨੰਬਰ ਦੇ ਉੱਤੇ ਜਿਹੜੀ ਤੁਸੀਂ ਗੱਲ ਕਹੀ ਸੀਗੀ ਵੀ ਜਿਹੜੇ ਇਹਨਾਂ ਦੇ ਜਾਨੀ ਕਿ ਇਲਾਜ ਦੀ ਜਾਨੀ ਕਿ ਜ਼ਰੂਰਤ ਪੈਂਦੀ ਆ, ਜਾਂ ਉਹ ਕਰਦੇ ਆ, ਤੇ ਇਹਦੇ ਵਿੱਚ ਹੁਣ ਮੈਂ ਕੀ, ਜਿੱਦਾਂ ਹੁਣ ਅਸੀਂ ਬਰਡਸ ਆ, ਮੈਂ ਇੱਥੇ ਹੁਸ਼ਿਆਰਪੁਰ ਦੇ ਵਿੱਚ ਹੀ ਜਿੱਦਾਂ ਡੌਗਸ ਵਾਲੀਆਂ ਸੰਸਥਾਵਾਂ ਦੇ ਨਾਲ ਵੀ ਲਿੰਕ ਕੀਤਾ। ਮੈਂ ਉਹਨਾਂ ਨੂੰ ਕਿਹਾ ਭਰਾਵੋ, ਅਸੀਂ ਕਿਹੜਾ ਕੋਈ ਪੋਲੀਟੀਕਲ ਪਾਰਟੀਆਂ ਵਾਲੇ ਬੰਦੇ ਆ, ਨਾ ਅਸੀਂ ਕੋਈ ਰਿਲੀਜੀਅਸ ਧਾਰਮਿਕ ਵੰਡ ਦੇ ਵਿੱਚ ਸਾਰੇ ਬੰਦੇ ਦੌੜੇ ਹੋ ਆ, ਵੀ ਜਦੋਂ ਅਸੀਂ ਜਾਨਵਰਾਂ, ਪੰਛੀਆਂ ਦੇ ਉੱਤੇ ਬੇਜ਼ੁਬਾਨਿਆਂ ਦੇ ਕੰਮ ਕਰਦੇ ਆ, ਫਿਰ ਚਾਹੇ ਉਹ ਤੋਤਾ ਆ, ਚਿੜੀ ਆ, ਜਾਂ ਆਪਣੇ ਮੱਝ ਗਾਂ ਆ, ਘੋੜਾ ਆ, ਜਾਂ ਪੰਛੀ ਆ, ਜਾਂ ਜੰਗਲੀ ਜਾਨਵਰ ਆ, ਵੀ ਆਪਾਂ ਇੱਕ ਐਸੋਸੀਏਸ਼ਨ ਦੇ ਵਿੱਚ ਜਾਨੀ ਕਿ ਆਈਏ, ਆਪਾਂ ਖਰਬੂਜੇ ਵਾਂਗੂ ਆਪਾਂ ਹੋਈਏ, ਆਪਾਂ ਸੰਤਰੇ ਵਾਂਗੂ ਨਾ ਹੋਈਏ। ਇਹਦਾ ਵੀ ਮੈਂ ਇੱਥੇ ਫਲਸਫਾ ਦੱਸਣਾ ਚਾਹੂੰਗਾ। ਜੇ ਸੰਤਰੇ ਵਾਂਗ ਗੱਲ ਕਰੀਏ, ਗੱਲਾਂ ਸਾਡੀਆਂ ਇੱਕ ਹੁੰਦੀਆਂ, ਉੱਪਰੋਂ ਸੰਤਰਾ ਹੁੰਦਾ ਇੱਕੋ ਜਿਹਾ, ਪਰ ਅੰਦਰੋਂ ਹੁੰਦੀਆਂ ਸੰਤਰੇ ਦੀਆਂ ਫਾੜੀਆਂ। ਪਰ ਜਿਹੜਾ ਖਰਬੂਜਾ ਆ, ਉਹ ਬਾਹਰੋਂ ਦਿਖਦੀਆਂ ਫਾੜੀਆਂ, ਪਰ ਅੰਦਰੋਂ ਇੱਕ ਹੁੰਦਾ। ਅਸੀਂ ਖਰਬੂਜੇ ਵਾਲਾ ਜਾਨੀ ਕਿ ਕੰਮ ਕਰੀਏ। ਉਦਾਂ ਆਪਾਂ ਸੰਸਥਾਵਾਂ ਸਾਰੀਆਂ ਇਕੱਠੇ ਹੋਈਏ, ਡੰਡੇ ਚੱਕ ਲਓ ਆਪਣੇ, ਝੰਡੇ ਵੀ ਚੱਕ ਲਓ ਆਪਣੇ, ਪਰ ਜਿੱਥੇ ਕਿਤੇ ਕੋਈ ਪੰਛੀ ਫੱਟੜ ਮਿਲਦਾ, ਜੰਗਲੀ ਪੰਛੀ ਫੱਟੜ ਮਿਲਦਾ, ਉੱਥੇ ਤੁਸੀਂ ਮੈਨੂੰ ਸੇਵਾ ਲਾਓ, ਆਪਾਂ ਨੂੰ ਲੈ ਕੇ ਆਵਾਂਗੇ। ਔਰ ਜਿੱਥੇ ਕਿਤੇ ਕੋਈ ਡੌਗ ਵਗੈਰਾ ਮਿਲਦਾ ਆ, ਉੱਥੇ ਅਸੀਂ ਤੁਹਾਨੂੰ ਉਹਦੀ ਇਨਫੋਰਮੇਸ਼ਨ ਦੇਵਾਂਗੇ। ਇਹ ਨਹੀਂ ਵੀ ਮੇਰੇ ਕੋਲ ਜੇ ਇਨਫੋਰਮੇਸ਼ਨ ਆਈ, ਰਿਸ਼ਪਾਲ ਜੀ ਨੇ ਫੋਨ ਕੀਤਾ ਡੌਗ ਬਾਰੇ, ਤੇ ਮੈਂ ਕਹਿ ਦਵਾਂ ਜੀ ਇਹ ਤਾਂ ਮੇਰਾ ਕੰਮ ਨਹੀਂ ਹੈ, ਜਦ ਕਿ ਇੱਕ ਸੰਸਥਾ ਦੇ
ਮੁਖੀ ਹੋਣ ਦੇ ਨਾਤੇ, ਮੈਂਬਰ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਕਿ ਮੈਂ ਤੁਹਾਨੂੰ ਸਹੀ ਬੰਦੇ ਵਾਲੇ ਪਾਸੇ ਰੂਟ ਕਰਾਂ, ਕਿਉਂਕਿ ਤੁਸੀਂ ਇੱਕ ਆਸ ਦੇ ਨਾਲ ਮੈਨੂੰ ਫੋਨ ਕੀਤਾ ਆ। ਔਰ ਸਾਰੀਆਂ ਜਥੇਬੰਦੀਆਂ ਮਿਲ ਕੇ ਆਪਾਂ ਇਕੱਲੇ ਨਾ ਦੌੜੀਏ ਵੀ ਆਹ ਪੰਛੀਆਂ ਦਾ ਸ਼ੈਲਟਰ ਬਣਾ ਲਿਆ, ਅਸੀਂ ਕਹਿੰਦੇ ਵੀ ਇੱਕ ਇਕੱਠਾ ਸ਼ੈਲਟਰ ਬਣਾਈਏ। ਉਹਦੀ ਸਾਡਾ ਹੁਸ਼ਿਆਰਪੁਰ 'ਚ ਉਪਰਾਲਾ ਵੀ ਚੱਲ ਰਿਹਾ। ਪਿੱਛੇ ਜੇ ਅਸੀਂ ਮਤਲਬ ਕਿ ਵਾਈਲਡ ਲਾਈਫ ਡਿਪਾਰਟਮੈਂਟ ਨੂੰ ਵੀ ਮਿਲੇ ਆ, ਔਰ ਸੰਸਥਾਵਾਂ ਜਿਹੜੀਆਂ ਗਾਵਾਂ ਤੇ ਕੰਮ ਕਰ ਰਹੀਆਂ, ਰਿਸ਼ਪਾਲ ਜੀ, ਜਿਹੜੀਆਂ ਡੌਗਸ ਦੇ ਉੱਤੇ ਕੰਮ ਕਰ ਰਹੀਆਂ, ਬਹੁਤ ਚੰਗੇ ਮੈਂ ਸੰਬੰਧ ਉਹਨਾਂ ਦੇ ਨਾਲ, ਉਹਨਾਂ ਕੋਲ ਜਾ ਕੇ ਬੈਠਿਆ, ਉਹਨਾਂ ਨੇ ਮੇਰੀਆਂ ਗੱਲਾਂ ਨੂੰ ਸਰਾਹਿਆ ਵੀ ਨਹੀਂ ਡਾਕਟਰ ਸਾਹਿਬ ਗੱਲ ਤੁਹਾਡੀ ਬਿਲਕੁਲ ਸਹੀ ਆ, ਅਸੀਂ ਇਹੀ ਕਰਦੇ ਵੀ ਕਾਂ ਕਿਤੇ ਟੰਗ ਹੋਇਆ ਰਹਿਣ ਤੇ ਉਹਨੂੰ ਟੰਗ ਹੋਇਆ। ਤੋ ਹੁਣ ਉਦਾਂ ਦੀ ਇੱਕ ਟੀਮ ਬਣ ਚੁੱਕੀ ਆ ਹੁਸ਼ਿਆਰਪੁਰ 'ਚ ਘੱਟੋ ਘੱਟ, ਤੇ ਅਸੀਂ ਸਾਰੇ ਹੁਣ ਸੰਗਠਿਤ ਹੋ ਰਹੇ ਆ। ਤੇ ਉਹਦੀ ਜਿਹੜੀ ਐਂਬੂਲੈਂਸ ਆ ਉਹ ਵੀ ਯਾਨੀ ਕਿ ਦੇਖੋ ਹਰ ਚੀਜ਼ ਦੇ ਵਿੱਚ ਦੇਖੋ ਮਨੀ ਮੈਟਰ ਜਿਹੜਾ ਬਹੁਤ ਇਨਵੋਲਵਡ ਹੁੰਦਾ ਆ। ਬਿਨਾਂ ਯੋਗਦਾਨ ਦੇ ਨਾ ਕੋਈ ਚੈਨਲ ਚੱਲਦਾ ਜੀ, ਨਾ ਕੋਈ ਘਰ ਚੱਲਦਾ, ਨਾ ਕੋਈ ਸਰਕਾਰ ਚੱਲਦੀ। ਇੱਥੋਂ ਤੱਕ ਜੇ ਗੁਰੂ ਘਰਾਂ ਦੀ ਵੀ ਆਪਾਂ ਗੱਲ ਕਰ ਲਈਏ ਤੇ ਗੁਰੂ ਘਰਾਂ ਨੂੰ ਵੀ ਸਾਨੂੰ ਸਪੋਰਟ ਕਿਤੇ ਨਾ ਕਿਤੇ ਫਾਈਨੈਂਸ਼ਲੀ ਆਪਾਂ ਦਿੰਦੇ ਹੀ ਆ, ਤਾਂ ਹੀ ਜਿਹਨਾਂ ਕੰਮ ਚੱਲਦਾ ਆ। ਤੋ ਉਹ ਜਿਹੜੀ ਚੀਜ਼ ਆ ਇਹ ਮਤਲਬ ਕਿ ਕਹਿ ਲਓ ਕਿ ਇੱਕ ਪ੍ਰੋਸੈਸ ਦੇ ਵਿੱਚ ਆ। ਸਭ ਤੋਂ ਪਹਿਲਾਂ ਜਿਹੜਾ ਨਵਿਕਰਾ ਕੰਮ ਅਸੀਂ ਹੁਸ਼ਿਆਰਪੁਰ 'ਚ ਕੀਤਾ, ਪੇ ਸੰਸਥਾਵਾਂ ਨੂੰ ਇਕੱਠੇ ਕੀਤਾ ਜੀ, ਇਕੱਠੇ ਕਰਕੇ ਫਿਰ ਅਸੀਂ ਇੱਕ ਦੂਜੇ ਨੂੰ ਇਨਫੋਰਮੇਸ਼ਨ ਹੁਣ ਪਾਸ ਜਾਨੀ ਕਿ ਕਰਦੇ ਆ। ਤੇ ਇਹਦੀ ਬਹੁਤ ਜ਼ਰੂਰਤ ਆ। ਜਦੋਂ ਇਹ ਜ਼ਖਮੀ ਪੰਛੀ ਹੁੰਦੇ ਆ, ਜਾਂ ਜ਼ਖਮੀ ਗਾਈਆਂ ਆ, ਜਾਂ ਜ਼ਖਮੀ ਘੋੜੇ ਆ, ਜਾਂ ਫਿਰ ਮਤਲਬ ਕਿ ਡੌਗਸ ਹੈਗੇ ਆ, ਤੇ ਜਾਂ ਜੰਗਲੀ ਜਾਨਵਰ ਕਈ ਵਾਰੀ ਸ਼ਹਿਰ 'ਚ ਵੀ ਆ ਜਾਂਦੇ ਆ, ਪਿੰਡਾਂ ਦੇ ਵਿੱਚ ਵੀ ਆ ਜਾਂਦੇ, ਤਾਂ ਉਹਨਾਂ ਨੂੰ ਕਿੱਦਾਂ ਆਪਾਂ ਬਿਨਾਂ ਕਨਫਲਿਕਟ ਲੋਕਾਂ ਨਾਲ ਪੈਦਾ ਕੀਤੇ ਉਹਨਾਂ ਨੂੰ ਆਪਾਂ ਵਾਪਸ ਉਹਨਾਂ ਦੇ ਛੱਡੀਏ। ਪਰ ਜਿਹੜੀ ਬਹੁਤ ਵੱਡੀ ਘਾਟ ਆ ਉਹ ਇਹ ਆ ਕਿ ਕਈ ਵਾਰੀ ਇਦਾਂ ਦਾ ਜਾਨਵਰ ਦੇ ਹਾਲਾਤ ਹੁੰਦੇ ਆ ਕਿ ਉਹਨੂੰ ਉੱਥੇ ਰੱਖਣਾ ਪੈਂਦਾ, ਟੇਕ ਕੇਅਰ ਕਰਨੀ ਪੈਂਦੀ ਆ। ਉਹ ਜਗ੍ਹਾ ਨਾ ਹੋਣ ਕਰਕੇ ਬਹੁਤ ਪਰੇਸ਼ਾਨੀ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ। ਪਰ ਉਮੀਦ ਕਰਦੇ ਆ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਸ਼ੁਭ ਇੱਛਾਵਾਂ ਦੇ ਨਾਲ, ਕੁਦਰਤ ਮਾਂ ਦੀ ਕਿਰਪਾ ਦੇ ਨਾਲ ਬਹੁਤ ਛੇਤੀ ਅਸੀਂ ਇੱਕ ਵੱਡਾ ਸ਼ੈਲਟਰ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਬਣਾਉਣ ਦੇ ਵਿੱਚ ਉਹ ਸਫਲ ਹੋਵਾਂਗੇ। ਡਾਕਟਰ ਸਾਹਿਬ, ਤੁਹਾਡੇ ਸਾਰੇ ਵਿਚਾਰਾਂ ਤੋਂ ਇਹ ਲੱਗਦਾ ਕਿ ਸਾਡੀ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਗੱਲ ਨਹੀਂ ਮੁੱਕਣੀ। ਜਿੰਨੇ ਕੁ ਖੇਤਰਾਂ ਵਿੱਚ ਤੁਸੀਂ ਜਿਨ੍ਹਾਂ ਮਹਾਨ ਮਨੁੱਖਾਂ ਨਾਲ, ਮਹਾਨ ਸੰਸਥਾਵਾਂ ਨਾਲ ਜੁੜ ਕੇ ਕੰਮ ਕਰ ਰਹੇ ਹੋ, ਮੇਰੀ ਪੀੜਾ ਇੱਕੋ ਹੀ ਆ ਕਿ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਮਹਾਨ ਮਨੁੱਖ ਨੇ, ਉਹਨਾਂ ਨੂੰ ਪ੍ਰਣਾਮ ਜਿਹੜੇ ਉਹ ਕੰਮ ਕਰਦੇ ਹੋਣਗੇ, ਪਰ ਬਹੁਤ ਸਾਰੇ ਪਸ਼ੂ ਅਸੀਂ ਅਕਸਰ ਹਰ ਰੋਜ਼ ਹੀ ਦੇਖਦੇ ਹਾਂ ਜਿਨ੍ਹਾਂ ਦਾ ਕੋਈ ਐਕਸੀਡੈਂਟ ਹੋਇਆ ਹੁੰਦਾ ਜਾਂ ਉਹਨਾਂ ਦੇ ਕੋਈ ਜ਼ਖਮ ਹੋਇਆ ਹੁੰਦਾ, ਤੇ ਉਹ ਤੜਫ ਰਹੇ ਹੁੰਦੇ ਨੇ, ਭਾਵੇਂ ਉਹ ਡੌਗ ਨੇ, ਭਾਵੇਂ ਉਹ ਗਾਈਆਂ ਨੇ, ਭਾਵੇਂ ਉਹ ਬਲਦ ਨੇ, ਜਾਂ ਕੋਈ ਮੱਝਾਂ ਨੇ, ਜਾਂ ਕੋਈ ਵੀ ਹੈ। ਲੇਕਿਨ ਉਹਨਾਂ ਦੇ ਕਿੰਨੀ ਕੁ ਤੇਜ਼ੀ ਦੇ ਨਾਲ ਉਹਨਾਂ ਦਾ ਵੈਲਫੇਅਰ ਹੋਣਾ ਚਾਹੀਦਾ, ਉਹਨਾਂ ਦੀ ਪਕੜ ਹੋਣੀ ਚਾਹੀਦੀ ਹੈ, ਉਹ ਗੱਲ ਅਜੇ ਇਹਨਾਂ ਅੱਖਾਂ ਨੂੰ ਨਜ਼ਰ ਨਹੀਂ ਆਉਂਦੀ। ਬਿਲਕੁਲ ਜੀ, ਬਿਲਕੁਲ ਤੁਸੀਂ ਸਹੀ ਕਿਹਾ ਰਿਸ਼ਪਾਲ ਜੀ। ਦੇਖੋ ਮੈਂ ਤਾਂ ਇੱਥੋਂ ਤੱਕ ਮਤਲਬ ਕਿ ਕਹਿਣਾ ਆ ਬਾਰ-ਬਾਰ ਵੀ ਜਿੱਦਾਂ ਇੱਕ ਬੰਦੇ ਦਾ ਐਕਸੀਡੈਂਟ ਹੁੰਦਾ ਤੇ 108 ਨੰਬਰ ਦਾ ਐਂਬੂਲੈਂਸ ਆ, ਸਾਡੇ ਕੋਲ ਐਮਰਜੈਂਸੀ ਨੰਬਰ ਪਾਓ ਨਾ ਜੀ, ਉਹ ਐਂਬੂਲੈਂਸ ਪਹੁੰਚਦੀ ਆ 15 ਤੋਂ 20 ਮਿੰਟ ਦੇ ਵਿੱਚ। ਔਰ ਜਦੋਂ ਅਸੀਂ ਸਾਰਿਆਂ ਨੂੰ ਇੱਕ ਗਿਣਦੇ ਆ, ਇੱਕ ਕਹਿੰਦੇ ਆ, ਦੇਖੋ ਜਦੋਂ ਗੁਰਬਾਣੀ ਦਾ ਆਪਾਂ ਸੰਦੇਸ਼ ਬਾਰ-ਬਾਰ ਆਪਾਂ ਜ਼ਿਕਰ ਕਰਦੇ ਹਾਂ, ਇੱਕ ਪਿਤਾ ਇੱਕ ਅਸਕੇ ਹਮ ਬਾਰਿਕ, ਉਹਦੇ ਵਿੱਚ ਉਹ ਇਕੱਲਾ ਮਨੁੱਖਾਂ ਵਾਸਤੇ ਸੰਦੇਸ਼ ਨਹੀਂ ਆ, ਕਿਉਂਕਿ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਦੇਖੋ ਇਸ ਚੀਜ਼ ਦੀ ਇੰਪੋਰਟੈਂਸ ਉਹਨਾਂ ਨੂੰ ਪਤਾ ਸੀ ਸ਼ਾਇਦ ਵੀ ਇੰਨੇ ਸਾਲਾਂ ਬਾਅਦ ਜਾ ਕੇ ਇਹ ਵਰਤਾਰੇ ਹੋਣੇ ਆ। ਇਸੇ ਕਰਕੇ ਉਹਨਾਂ ਨੇ ਸਾਨੂੰ ਅਕਲ ਉਦੋਂ ਦਿੱਤੀ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਤੋ ਜਿਹੜੀ ਤੁਸੀਂ ਗੱਲ ਕਹੀ ਆ ਵੀ ਉਹ ਛੇਤੀ ਕਿਉਂ ਨਹੀਂ ਹੁੰਦਾ, ਉਹਦੇ ਵਿੱਚ ਦੇਖੋ ਜੀ ਸਭ ਤੋਂ ਇੰਪੋਰਟੈਂਟ ਗੱਲ ਆ ਕਿ ਲੋਕਾਂ ਦਾ ਇੱਧਰ ਨੂੰ ਤੁਰਨਾ ਬੜਾ ਜ਼ਰੂਰੀ ਹੈ। ਕਿਉਂਕਿ ਮੈਂ ਪਿਛਲੇ 3-3.5 ਸਾਲ ਪਹਿਲਾਂ ਇਕੱਲੇ ਨੇ ਸੰਸਥਾ ਦੇ ਤੌਰ ਦੇ ਉੱਤੇ ਵੀ ਮੈਂਬਰ ਭਾਵੇਂ ਸੀਗੇ ਸੰਸਥਾ ਦੇ, ਪਰ ਸਮਾਂ ਨਹੀਂ ਸੀਗਾ ਉਹਨਾਂ ਦੇ ਕੋਲ। ਹੁਣ ਕਾਫੀ ਐਕਟਿਵ ਹੋ ਗਏ ਆ ਸਾਰੇ। ਤੋ ਇਕੱਲੇ ਨੇ ਜਿੱਦਾਂ ਦੌੜ ਕੇ ਸਾਰੇ ਪਾਸੇ ਕੀਤਾ ਕੰਮ, ਇੱਧਰ ਦੌੜ ਜਾਣਾ, ਉੱਧਰ ਦੌੜ ਜਾਣਾ, ਮਤਲਬ ਕਿ ਕਾਫੀ ਡਿਸਟਰਬੈਂਸ ਹੋਈ, ਲਾਈਫ 'ਚ ਬੜੀ ਡਿਸਟਰਬੈਂਸ ਹੋਈ। ਪਰ ਮੈਂ ਇਹ ਦੇਖਿਆ ਵੀ ਏਦਾਂ ਦੌੜ ਕੇ ਰਿਸ਼ਪਾਲ ਜੀ ਕੰਮ ਨਹੀਂ ਬਣਨਾ। ਹੁਣ ਮੰਨ ਲਓ ਹਰਿਆਣੇ ਮੈਨੂੰ ਕਿਸੇ ਨੇ ਕਹਿ ਦਿੱਤਾ ਜੀ ਵੀ ਇੱਥੇ ਕੋਈ ਉੱਲੂ ਫੱਟੜ ਪਿਆ, ਮੈਂ ਹਰਿਆਣੇ ਲੈਣ ਚੱਲ ਗਿਆ, ਇਮੀਡੀਏਟ ਮੈਨੂੰ ਬੂਲਾਬੜੀ ਤੋਂ ਕਾਲ ਆ ਗਈ ਜਾਂ ਬਜਵਾੜੇ ਤੋਂ ਕਾਲ ਆ ਗਈ, ਇੱਕ ਬੰਦਾ ਕਿੱਦਾਂ ਪ੍ਰੈਜ਼ੈਂਟ ਹੋਊਗਾ। ਸੋ ਵੀ ਨੀਡ ਟੂ ਕ੍ਰੀਏਟ ਅ ਸਿਸਟਮ, ਤੇ ਉਸ ਸਿਸਟਮ ਦੇ ਲਈ ਹੀ ਅਸੀਂ ਜਥੇਬੰਦੀਆਂ ਨੂੰ ਇਕੱਠੇ ਕਰ ਰਹੇ ਹਾਂ। ਔਰ ਇੱਕ ਵਾਈਲਡ ਲਾਈਫ ਐਂਬੂਲੈਂਸ, ਠੀਕ ਹੈ ਨਾ, ਜਿਹਨੂੰ ਅਸੀਂ ਵਾਈਲਡ ਲਾਈਫ ਐਂਬੂਲੈਂਸ, ਹੋਰ ਮੈਂ ਤੁਹਾਨੂੰ ਹੋਰ ਦੱਸਦਾ, 80 ਫੁੱਟ ਦੇ ਉੱਤੇ ਕਾਂ ਫਸਿਆ ਹੁੰਦਾ ਜੀ ਡੋਰ, ਚਾਈਨਾ ਡੋਰ ਦੇ ਵਿੱਚ। ਉਹ ਜੇ ਫਸਿਆ ਇਨਸਾਨ ਕਰਕੇ ਆ ਤਾਂ ਉਹਦਾ ਫਰਜ਼ ਵੀ ਇਨਸਾਨ ਦਾ ਬਣਦਾ ਇੱਥੇ। ਕਿਉਂਕਿ ਸਮਾਂ ਵਾਕਈ ਬੜਾ ਥੋੜਾ, ਪਰ ਮੈਂ ਕੁਝ ਇੰਪੋਰਟੈਂਟ ਗੱਲਾਂ ਇੱਥੇ ਜ਼ਰੂਰ ਕਹਿਣੀਆਂ ਚਾਹੂੰਗਾ। ਅਕਸਰ ਲੋਕੀ ਪੁੱਛਦੇ ਵੀ ਯਾਰ ਕੀ ਲੈਣਾ ਦੇਣਾ, ਤਾਂ ਕੁਦਰਤ ਆਪ ਹੀ ਚੱਲਦੀ ਆ, ਤੇ ਜੇ ਕੋਈ ਜਿਉਂਦਾ ਜਾਂ ਮਰਦਾ ਤਾਂ ਪ੍ਰਮਾਤਮਾ ਦੇ ਹੱਥ ਵੱਸ ਵਾ। ਤਾਂ ਮੈਂ ਇਹ ਕਹਿਣਾ ਵੀ ਜੇ ਕੁਦਰਤੀ ਤੌਰ ਤੇ ਕੋਈ ਜਿਉਂਦਾ ਜਾਂ ਮਰਦਾ ਤਾਂ ਉਹ ਪ੍ਰਮਾਤਮਾ ਦੇ ਹੱਥ ਵੱਸ ਮੰਨੀਏ, ਪਰ ਜਿਹੜਾ ਮੈਨ ਮੇਡ ਇੰਟਰਫੇਰੈਂਸ ਦੇ ਨਾਲ ਮਰ ਰਿਹਾ ਆ, ਸਾਡੀ ਚਾਈਨਾ ਡੋਰ ਦੇ ਨਾਲ ਮਰ ਰਿਹਾ ਆ, ਜਾਂ ਸਾਡੇ ਐਕਸੀਡੈਂਟ ਦੇ ਨਾਲ ਜਾਨਵਰ ਮਰ ਰਿਹਾ ਆ, ਉਹਦੇ ਵਿੱਚ ਉਹ ਸਾਡੀ ਗਲਤੀ ਨਾਲ ਮਰ ਰਿਹਾ, ਤਾਂ ਇਨਸਾਨ ਦਾ ਫਰਜ਼ ਵੀ ਬਣਦਾ ਵੀ ਆਪਣੀ ਗਲਤੀ ਨੂੰ ਕਰੈਕਟ ਕਰਦੇ ਹੋਏ ਆਪਾਂ ਉਹਦੀ ਉੱਥੇ ਸਹਾਇਤਾ ਵੀ ਕਰੀਏ, ਠੀਕ ਹੈ ਨਾ ਜੀ। ਔਰ ਦੂਸਰੇ ਨੰਬਰ ਦੇ ਉੱਤੇ ਆਪਾਂ ਹਰ ਇੱਕ ਪੰਛੀ ਨੂੰ, ਹਰ ਇੱਕ ਜਾਨਵਰ ਨੂੰ ਉਦਾਂ ਹੀ ਟ੍ਰੀਟ ਕਰੀਏ ਵੀ ਉਹ ਵੀ ਜਾਨ ਆ, ਉਦਾਂ ਹੀ ਟ੍ਰੀਟ ਕਰੀਏ। ਫੋਰਨ ਦੇ ਵਿੱਚ ਮੈਂ ਦੇਖਦਾ ਹੁੰਦਾ ਕਈ ਵਾਰੀ ਉਹ ਵੀਡੀਓਜ਼ ਆਉਂਦੀਆਂ, ਉਹ ਦਰਖਤਾਂ ਦਾ ਵੀ ਟ੍ਰੀਟਮੈਂਟ ਕਰਦੇ ਆ, ਉਹਨਾਂ ਦੇ ਟੀਕੇ ਲਗਾਏ ਜਾਂਦੇ ਆ, ਉਹਨਾਂ ਦੀਆਂ ਬਿਮਾਰੀਆਂ ਆਇਡੈਂਟੀਫਾਈ ਕਰ ਲਈਆਂ ਗਈਆਂ ਵੀ ਉਹਨਾਂ ਦੇ ਵੀ ਇੰਜੈਕਸ਼ਨ ਦਿੱਤੇ ਜਾਂਦੇ ਵੀ ਇਸ ਦਰਖਤ ਨੂੰ ਠੀਕ ਕਰਨਾ, ਕਿਉਂਕਿ ਉਹਨਾਂ ਨੂੰ ਮਨੁੱਖ ਦੀ ਤਰ੍ਹਾਂ ਸਮਝਦੇ ਆ। ਸੋ ਜਦ ਤੱਕ ਅਸੀਂ
ਇਹ ਸਾਰੇ ਜਾਨਵਰਾਂ ਨੂੰ ਇੱਕ ਦੇਖੋ ਫਿਰ ਗੱਲ ਉੱਥੇ ਆ ਜਾਂਦੀ ਆ ਵੀ ਆਪਾਂ ਧਾਰਮਿਕ ਰਹਿਬਰਾਂ ਨੂੰ ਵੀ ਜੇ ਸੁਣੀਏ, ਕਹਿੰਦੇ ਜੇਤੇ ਦਾਣੇ ਆਣ ਕੇ ਜੀਵਾਂ ਬਾਝ ਨਾ ਕੋਏ। ਹੋ ਸਕਦਾ ਕਿ ਮੇਰੀ ਬੁੱਧੀ ਛੋਟੀ ਹੋਵੇ ਜਾਂ ਮੈਨੂੰ ਸਮਝ ਉਸ ਹਿਸਾਬ ਨਾਲ ਨਾ ਲੱਗਦਾ ਹੋਵੇ, ਪਰ ਜਿੰਨੇ ਵੀ ਦਰਸ਼ਕ ਆ, ਕਿਉਂਕਿ ਮੈਨੂੰ ਤਾਂ ਇਹ ਲੱਗਦਾ ਵੀ ਉਹਨਾਂ ਦਾ ਕਹਿਣਾ ਇਹ ਸੀ ਵੀ ਜੇਤੇ ਦਾਣੇ ਆਣ ਕੇ ਜੀਵਾਂ ਬਾਝ ਨਾ ਕੋਏ, ਤੇ ਦੁਨੀਆ ਦੇ ਵਿੱਚ ਜਿਹੜੇ ਵੀ ਜੋ ਵੀ ਹੈਗੇ ਜੀਵ ਜੰਤ ਪਸ਼ੂ, ਇਹ ਸਾਰੇ ਜੀਵ ਮਤਲਬ ਜੀਵ ਆਤਮਾ, ਯਾਨੀ ਕਿ ਜਿਹੜੀ ਸੋਲ ਆ, ਜਿਹੜੀ એનર્ਜੀ ਆ, ਊਰਜਾ ਆ, ਉਹ ਸਾਰਿਆਂ ਦੇ ਵਿੱਚ ਹੈਗੀ ਆ, ਤੇ ਸਾਰੇ ਹੀ ਫਿਰ ਇਕੁਅਲੀ ਟ੍ਰੀਟ ਹੋਣੇ ਯਾਨੀ ਕਿ ਚਾਹੀਦੇ ਆ। ਉਹ ਵੱਖਰੀ ਗੱਲ ਆ ਕਿ ਅੱਜ ਰਿਸੋਰਸਸ ਦੀ ਕਮੀ ਆ, ਤੇ ਜੇ 70 ਫੁੱਟ ਦੇ ਉੱਤੇ 80 ਫੁੱਟ ਦੇ ਉੱਤੇ ਕੋਈ ਬੱਚਾ ਲਟਕਿਆ ਹੋਵੇ, ਦੇਖੋ ਵੀਡੀਓ ਕਿੱਦਾਂ ਚੱਲਦੀਆਂ ਆ, ਔਰ ਕਿੱਦਾਂ ਮਤਲਬ ਕਿ ਲਗਾਤਾਰ ਹਾਈਲਾਈਟ ਕੀਤਾ ਜਾਂਦਾ, TRP ਇਨਕਰੀਜ਼ ਕਰਨ ਵਾਸਤੇ ਉਸ ਬੱਚੇ ਦਾ ਪੂਰਾ ਰੈਸਕਿਊ ਦਿਖਾਇਆ ਜਾਂਦਾ। ਪਰ ਜੇ 70-80 ਫੁੱਟ ਦੇ ਉੱਤੇ ਕਾਂ, ਕਬੂਤਰ, ਉੱਲੂ ਜਾਂ ਇੱਲ ਫਸੇ ਹੋ ਆ, ਉੱਥੇ ਵੱਲ ਸਾਡੀ ਨਿਗਾਹ ਨਹੀਂ ਜਾਂਦੀ। ਸਾਨੂੰ ਕ੍ਰੇਨਸ ਵੀ ਚਾਹੀਦੀਆਂ ਆ, ਔਰ ਜਦੋਂ ਪਾਣੀ 'ਚ ਜੇ ਕੋਈ ਨਿਆਣਾ ਡਿੱਗ ਜਾਵੇ ਤੇ ਆਪਣਾ ਸਾਰਾ ਧਿਆਨ ਟੀਵੀ ਤੇ ਉਸੇ ਖਬਰ ਵਾਲੇ ਪਾਸੇ ਜਾਣੀ ਕਿ ਜਾਂਦਾ। ਪਰ ਮੈਂ ਇਹ ਕਹਿੰਦਾ ਉਹ ਚੰਗੀ ਗੱਲ ਆ, ਮੈਂ ਥੋੜੀ ਕਹਿੰਦਾ ਵੀ ਆਪਾਂ ਇਨਸਾਨ ਨੂੰ ਨਾ ਬਚਾਈਏ, ਪਰ ਸਾਨੂੰ ਉਦਾਂ ਦੀ ਇੰਟੈਂਸ਼ਨ ਜੇਕਰ ਆਪਾਂ ਮੰਨਦੇ ਆ ਵੀ ਸਾਡਾ ਰਹਿਬਰਾਂ ਦਾ ਦੇਸ਼ ਆ ਔਰ ਇੱਕ ਵਧੀਆ ਧਰਤੀ ਤੇ ਆਪਾਂ ਪੈਦਾ ਹੋਏ ਆ, ਤਾਂ ਜਿਹੜੇ ਵੀ ਉਹ ਰੈਸਕਿਊ ਆਪਾਂ ਜਾਨੀ ਕਰਦੇ ਆ, ਪਾਣੀ 'ਚ ਡਿੱਗੇ ਵਾਸਤੇ ਵੀ ਸਾਡੇ ਕੋਲ ਕੋਈ ਸੰਸਾਧਨ ਨਹੀਂ ਆ। ਕਿਤੇ ਜਾਨਵਰ ਫੱਟੜ ਹੋਇਆ ਹੁੰਦਾ, ਉਹਦੇ ਕੋਲ ਉੱਠ ਨਹੀਂ ਹੁੰਦਾ, ਚੱਕ ਕੇ ਲਿਜਾਣ ਦਾ ਸਾਡੇ ਕੋਲ ਇਸ ਵੇਲੇ ਕੋਈ ਸੰਸਾਧਨ ਨਹੀਂ ਹੈਗਾ। ਤੇ ਮੈਂ ਪੁਕਾਰ ਟੀਵੀ ਦੇ ਮਾਧਿਅਮ ਤੋਂ ਮੈਂ ਇਹੀ ਬਾਰ-ਬਾਰ ਜਾਨੀ ਕਿ ਅਪੀਲ ਆਪਣੇ ਵਿਊਅਰਸ ਨੂੰ, ਦਰਸ਼ਕਾਂ ਨੂੰ ਇਹ ਕਰਨਾ ਚਾਹੁੰਦਾ ਵੀ ਅਸੀਂ ਸਾਰੇ ਸੰਗਠਿਤ ਹੋਈਏ। ਆਈ ਐਮ ਨਾਟ ਬਲੇਮਿੰਗ ਐਨੀਵਨ। ਮੈਂ ਕਹਿੰਦਾ ਵੀ ਦੇਖੋ, ਜੇ ਸਾਡੇ ਬਿਜ਼ਨਸ ਜਿਹੜਾ ਆ, ਉਹ ਬਿਜ਼ਨਸ ਵਾਲਾ ਜਿਹੜਾ ਲਾਲਾ ਆ, ਉਹ ਜਦੋਂ ਮੱਥਾ ਟੇਕਦਾ ਜਾ ਕੇ ਕਿਤੇ ਜਿਨ੍ਹਾਂ ਨੂੰ ਮੰਨਦਾ ਆ, ਤਾਂ ਉਹਦੇ ਉਹ ਮੱਥੇ ਟੇਕਣ ਦੀ ਆਰਜ਼ੂ ਕੀ ਹੁੰਦੀ ਆ ਵੀ ਮੇਰੀ ਦਿਹਾੜੀ ਚੰਗੀ ਪਵੇ। ਪਰ ਉਹ ਦਿਹਾੜੀ ਮੱਥਾ ਟੇਕਣ ਦੇ ਨਾਲ ਪੈਂਦੀ ਕਿੱਦਾਂ ਆ? ਕਸਟਮਰ ਤੋਂ। ਜਦੋਂ ਸਰਕਾਰਾਂ ਨੂੰ ਪੈਸੇ ਦੀ ਲੋੜ ਹੁੰਦੀ ਆ, ਸਾਡੇ ਤੇ ਟੈਕਸ ਥੋਪ ਦਿੱਤੇ ਜਾਂਦੇ ਆ, ਸਿਲੰਡਰ ਮਹਿੰਗੇ ਕਰ ਦਿੱਤੇ ਜਾਂਦੇ ਆ, ਤੇਲ ਮਹਿੰਗਾ ਕਰ ਦਿੱਤਾ ਜਾਂਦਾ ਆ। ਉਹ ਇਹਦਾ ਮਤਲਬ ਕਿ ਉਹ ਜਿਹੜਾ ਦੇਸ਼ ਕੌਣ ਚਲਾਉਂਦਾ ਆ? ਉਹ ਸਰਕਾਰ ਨਹੀਂ ਚਲਾਉਂਦੀ, ਉਹ ਦੇਸ਼ ਅਸੀਂ ਚਲਾਉਂਦੇ ਆ। ਜਿਹੜਾ ਬਿਜ਼ਨਸ ਆ, ਉਹ ਬਿਜ਼ਨਸਮੈਨ ਘੱਟ ਚਲਾਉਂਦਾ, ਉੱਥੇ ਅਸੀਂ ਚਲਾਉਂਦੇ ਆ। ਔਰ ਗੁਰਦੁਆਰੇ ਮੰਦਿਰਾਂ ਦੀ ਜੇਕਰ ਆਪਾਂ ਗੱਲ ਕਰੀਏ, ਉੱਥੇ ਵੀ ਸਾਡਾ ਚੜਾਵਾ ਚੜਦਾ ਆ ਤਾਂ ਸਾਰਾ ਸਿਸਟਮ ਚੱਲਦਾ ਆ। ਇਦਾਂ ਹੀ ਜਿਹੜੀਆਂ ਜਥੇਬੰਦੀਆਂ, ਸੰਸਥਾਵਾਂ, ਹਾਂ ਚੈੱਕ ਜ਼ਰੂਰ ਕਰੋ, ਅਥੈਂਟੀਕੇਸ਼ਨ ਕਰੋ, ਟਰਾਂਸਪੇਰੈਂਟ ਜਥੇਬੰਦੀਆਂ ਨੂੰ ਲੱਭੋ। ਤੇ ਅਸੀਂ ਇਹ ਸਾਰੀ ਟਰਾਂਸਪੇਰੈਂਸੀ ਲੈ ਕੇ ਆ ਰਹੇ ਹਾਂ, ਤੇ ਯੋਗਦਾਨ ਦੇ ਨਾਲ ਵੱਡੀਆਂ ਵੱਡੀਆਂ ਕਰੇਨਾਂ ਵੀ ਰਿਸ਼ਪਾਲ ਜੀ ਹੋਣਗੀਆਂ, ਔਰ ਸਾਡੇ ਕੋਲ ਵਾਈਲਡ ਲਾਈਫ ਐਂਬੂਲੈਂਸ ਵੀ ਹੋਊਗੀ ਪੰਛੀਆਂ ਨੂੰ ਬਚਾਉਣ ਦੇ ਲਈ, ਜਾਨਵਰਾਂ ਨੂੰ ਬਚਾਉਣ ਦੇ ਲਈ। ਔਰ ਜਿਹੜੀ ਤੁਸੀਂ ਗੱਲ ਕਹੀ ਆ, ਅੱਧੇ ਘੰਟੇ ਦੇ ਵਿੱਚ ਵਿੱਚ ਸਾਡਾ ਇਹ ਰੈਜ਼ੋਲੂਸ਼ਨ ਆ ਬਈ ਅੱਧੇ ਘੰਟੇ ਦੇ ਵਿੱਚ ਵਿੱਚ ਬਹੁਤ ਛੇਤੀ ਆਪਾਂ ਸੇਵਾ, ਜਿੱਦਾਂ ਸਾਡੇ ਕੋਲ ਫੰਡਸ ਆਪਾਂ ਮੈਨੇਜ ਕਰ ਪਾਏ, ਹਾਫ ਐਨ ਆਵਰ ਦੇ ਵਿੱਚ ਵਿੱਚ ਬਕਾਇਦਾ ਅਸੀਂ ਹੁਣ ਇੱਥੇ ਜਿਹੜੇ ਪਲਾਂਟਸ ਲਗਾਣੇ ਆ, ਤਖਣੀ ਦੇ ਕੋਲ ਇੱਕ ਵਿਲੇਜ ਹੈਗਾ ਜੀ ਰਹਿਮਾਪੁਰ, ਉਸ ਪਿੰਡ ਦੇ ਵਿੱਚ ਆਪਾਂ ਨੇਚਰ ਲਵਰਸ ਫੋਰੈਸਟ, ਜਿਹਨੇ ਕੁਦਰਤ ਦੇ ਪਿਆਰਿਆਂ ਦਾ ਜੰਗਲ ਉਗਾ ਰਹੇ ਆ, ਜਿੱਥੇ ਸਾਡੇ 2 ਸੇਵਾਦਾਰ ਪੱਕੇ ਆ ਔਰ ਉਹ ਪੇਡ ਵਰਕਰ ਆ। ਉਹਨਾਂ ਨੇ 24 ਆਵਰ ਤੁਹਾਨੂੰ ਮਿਲਣਾ, ਰਾਤ ਦੀ ਵੀ ਉੱਥੇ ਸੇਵਾ, ਕਿਉਂਕਿ ਜੰਗਲਾਂ ਤੋਂ ਜਿਹੜਾ ਬੂਟੇ ਨੂੰ ਬਚਾਉਣਾ ਪੈਂਦਾ। ਇਦਾਂ ਜਿਹੜੀ ਆ ਅੱਧੇ ਘੰਟੇ ਦੇ ਵਿੱਚ ਜਿੱਥੇ ਵੀ ਦਾਇਰਾ ਬੰਨਾਂਗੇ, 5 ਕਿਲੋਮੀਟਰ 10 ਕਿਲੋਮੀਟਰ, ਪੂਰੇ ਡਿਸਟ੍ਰਿਕਟ ਨੂੰ ਕਵਰ ਕਰਾਂਗੇ, ਔਰ ਪੂਰਾ ਪੰਜਾਬ ਵੀ ਕਿਤੇ ਨਾ ਕਿਤੇ ਇੱਕ ਦਿਨ ਇਸ ਚੀਜ਼ ਦੇ ਨਾਲ ਕਵਰ ਹੋਊਗਾ। ਕਿਉਂਕਿ ਇੱਕ ਸੋਲੂਸ਼ਨ ਆ ਵੀ ਅੱਧੇ ਘੰਟੇ ਦੇ ਵਿੱਚ ਜਿੱਥੇ ਵੀ ਆਪਾਂ, ਜੇ ਪੀਜ਼ਾ ਡਿਲੀਵਰੀ ਅੱਧੇ ਘੰਟੇ ਦੇ ਵਿੱਚ ਹੋ ਸਕਦੀ ਆ, ਤੇ ਉਹ ਜਾਨਵਰ ਫੱਟਣ ਨੂੰ ਵੀ ਅੱਧੇ ਘੰਟੇ 'ਚ ਟ੍ਰੀਟਮੈਂਟ ਦਿੱਤਾ ਜਾ ਸਕਦਾ, ਚੱਕ ਕੇ ਲਿਆਂਦਾ ਜਾ ਸਕਦਾ। ਔਰ ਇਹ ਉਪਰਾਲੇ ਚਾਲੂ ਆ ਜੀ, ਪਰ ਇਹ ਹੁਣੇ ਸਾਰੇ ਸਹਿਯੋਗ ਦੇ ਨਾਲ ਹੀ ਆ। ਇਹ ਜਿੱਦਾਂ ਮਤਲਬ ਕਿ ਸਾਡਾ ਸਿਸਟਮ ਜਿਹੜਾ ਡਿਵੈਲਪ ਹੁੰਦਾ ਜਾਊਗਾ, ਸਾਡੀ ਕੋਸ਼ਿਸ਼ ਆ, ਸਾਡੀ ਇਹ ਸੋਚ ਆ, ਕਿਉਂਕਿ ਸੋਚ ਹੋਊਗੀ ਤਾਂ ਆਪਾਂ ਅੱਗੇ ਵਧਾਂਗੇ ਵੀ ਹਾਫ ਐਨ ਆਵਰ ਦੇ ਵਿੱਚ ਜਿਹੜਾ ਫੱਟੜ ਪੰਛੀ ਆ ਜਾਂ ਜਿਹੜਾ ਫੱਟੜ ਜਾਨਵਰ ਆ, ਉਹਨੂੰ ਸ਼ਹਿਰ ਚੋਂ ਕੱਢ ਕੇ ਇੱਕ ਪਾਰਟਿਕੂਲਰ ਜਗ੍ਹਾ ਤੇ ਲਿਜਾਇਆ ਜਾਵੇ, ਸ਼ੈਲਟਰ ਦਿੱਤਾ ਜਾਵੇ, ਔਰ ਉੱਥੇ ਉਹਦਾ ਇਲਾਜ ਕੀਤਾ ਜਾਵੇ। ਤੇ ਇਲਾਜ ਕਰਕੇ ਫਿਰ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਉਹ ਇਲਾਜ ਕਰਕੇ ਮੁੜ ਕੇ ਸ਼ਹਿਰ ਦੀਆਂ ਗਲੀਆਂ 'ਚ ਨਾ ਆਵੇ। ਇਹ ਬਹੁਤ ਇੰਪੋਰਟੈਂਟ ਆ, ਕਿਉਂਕਿ ਐਕਸੀਡੈਂਟ ਦਾ ਕਾਰਨ ਬਣਨਾ ਆ। ਤੇ ਉਹਦੇ ਹੱਲ ਹੈਗੇ ਆ। ਹੋਰ ਅੱਗੇ ਇੰਟਰਵਿਊਜ਼ ਦੇ ਵਿੱਚ ਜਾਂ ਕਿਤੇ ਨਾ ਕਿਤੇ ਤੁਸੀਂ ਮੇਰੇ ਤੋਂ ਹੱਲ ਪੁੱਛੋਗੇ, ਹੱਲ ਆਪਾਂ ਉਹਦੇ ਦੱਸਾਂਗੇ ਵੀ ਹੱਲ ਕਿੱਦਾਂ ਆ, ਬਟ ਉਹ ਹੱਲ ਹੈਗੇ ਆ। ਬਸ ਜ਼ਰੂਰਤ ਆ ਆਮ ਪਬਲਿਕ ਦੀ, ਤੁਹਾਡੇ ਵਰਗੇ ਸੱਜਣਾ ਦੀ, ਜਾਗੇ ਹੋਏ ਸੱਜਣਾ ਦੀ, ਜਿਹੜੇ ਸਾਡੀ ਜਿਹੜੀ ਗੱਲ ਆ ਉਹ ਲੋਕਾਂ ਤੱਕ ਪਹੁੰਚਾ ਸਕਣ। ਡਾਕਟਰ ਸਾਹਿਬ, ਤੁਹਾਡੀ ਵਿਚਾਰ 'ਚੋਂ ਮੇਰੇ ਜ਼ਿਹਨ 'ਚ ਇੱਕ ਵਿਚਾਰ ਆਇਆ ਕਿ ਇਹ ਜਿਹੜੇ ਪੌਦੇ ਨੇ, ਇਹ ਜਿਹੜੇ ਜੀਵ ਨੇ, ਪਸ਼ੂ ਤੇ ਪੰਛੀ ਨੇ, ਇਹ ਕਦੀ ਸਾਨੂੰ, ਕਦੀ ਨਹੀਂ ਹਰ ਵਕਤ ਆਤਮਿਕ ਸੁੱਖ ਵੀ ਦਿੰਦੇ ਨੇ, ਮਨੋਵਿਗਿਆਨਕ ਵੀ ਸੁੱਖ ਦਿੰਦੇ ਨੇ। ਕਦੀ ਇਹਨਾਂ ਦੀਆਂ ਆਵਾਜ਼ਾਂ ਸੁਣੀਏ, ਇਹ ਕਿਤੇ ਚਹਿਕਦੇ ਸੁਣੀਏ, ਕਦੀ ਇਹਨਾਂ ਦਾ ਦਰਸ਼ਨ ਕਰੀਏ, ਕਦੀ ਮੋਰ ਨੂੰ ਦੇਖੀਏ, ਤੇ ਕਿੰਨਾ ਸੁੱਖ ਆਨੰਦ ਪ੍ਰਾਪਤ ਹੁੰਦਾ ਹੈ। ਤੁਸੀਂ ਗੱਲ ਕੀਤੀ ਜਥੇਬੰਦ ਹੋਣ ਦੀ, ਸਮਾਜ ਨੂੰ ਜਥੇਬੰਦ ਹੋਣ ਦੀ ਲੋੜ ਹੈ, ਸਮਾਜ ਦੇ ਨਾਲ ਸਰਕਾਰ ਨੂੰ ਵੀ ਜਥੇਬੰਦ ਹੋਣ ਦੀ ਲੋੜ ਹੈ। ਮੇਰੇ ਆਪਣੇ ਨਿੱਜੀ ਅਨੁਭਵ ਦੀ ਗੱਲ, ਮੇਰੇ ਕੋਲ ਉਸ ਗੱਲ ਦਾ ਸਬੂਤ ਹੈ ਕਿ ਜਦੋਂ ਪਤਾ ਲੱਗਿਆ ਕਿ ਪਸ਼ੂ ਜ਼ਖਮੀ ਨੇ, ਮੈਂ ਉਹਨਾਂ ਪਸ਼ੂਆਂ ਦੀ ਹਾਲਤ ਦੇਖੀ ਤੇ ਮੈਂ ਉਹ ਇੱਕ ਸੰਸਥਾ ਦੇ ਲੈਟਰ ਹੈਡ ਤੇ ਈਮੇਲ 2 MP ਨੂੰ ਕੀਤੀ ਕਿ ਸਾਨੂੰ ਇਹਨਾਂ ਪਸ਼ੂਆਂ ਨੂੰ, ਇਹਨਾਂ ਪੰਛੀਆਂ ਨੂੰ ਸੰਭਾਲਣ ਲਈ ਕੋਈ ਸੇਵਾ ਕਾਰਜ, ਕੋਈ ਪ੍ਰੋਜੈਕਟ ਸ਼ੁਰੂ ਕਰਨੇ ਚਾਹੀਦੇ ਨੇ। ਪਰ
ਉਹਨਾਂ 2 ਐਮਪੀਆਂ ਦੀ ਮੇਲ ਦਾ ਅੱਜ ਤੱਕ ਕੋਈ ਜਵਾਬ ਨਹੀਂ। ਕੀ ਉਹ ਲੋਕ ਇਹਨਾਂ ਪਸ਼ੂਆਂ ਦੇ ਵਿੱਚ, ਇਹਨਾਂ ਪੰਛੀਆਂ ਦੇ ਵਿੱਚ, ਇਹਨਾਂ ਪੌਦਿਆਂ ਦੇ ਵਿੱਚ ਉਸ ਆਤਮਾ ਨੂੰ ਨਹੀਂ ਦੇਖਦੇ, ਜਾਂ ਉਹਨਾਂ ਨੂੰ ਇੰਜ ਨਹੀਂ ਲੱਗਦਾ ਕਿ ਇਹ ਵੀ ਸਾਡੀ ਇੱਕ ਇਕੋਲੋਜੀ ਦਾ ਖਾਸ ਹਿੱਸਾ ਹੈ, ਖਾਸ ਸਾਡੀ ਜਿੰਦ ਜਾਨ ਹੈ? ਕੀ ਸਰਕਾਰਾਂ ਦਾ ਕੀ ਇੱਥੇ ਰੋਲ ਹੁੰਦਾ, ਕੀ ਭੂਮਿਕਾ ਹੁੰਦੀ ਹੈ? ਦੇਖੋ ਰਿਸ਼ਪਾਲ ਜੀ, ਦੇਖੋ ਤੁਹਾਡਾ ਤਾਂ ਇਹ 2 ਮਤਲਬ ਕਿ ਬੰਦਿਆਂ ਦੇ ਨਾਲ ਤੁਸੀਂ 2 ਮੇਲਸ ਕੀਤੀ ਹੈ। ਤੁਸੀਂ ਦੇਖੋ ਕਿ ਡਾਕਟਰ ਸਾਹਿਬ ਨੇ ਪਿਛਲੇ 5 ਸਾਲ 'ਚ ਕੀ ਕੀਤਾ ਹੋਣਾ, ਕਿਹੜੇ ਜਿਹੜੇ ਮੰਤਰੀ ਆ ਜਿਨ੍ਹਾਂ ਨੂੰ ਮਤਲਬ ਕਿ ਮਿਲੇ ਨਹੀਂ ਹੋਣੇ ਆਪਾਂ ਜਾ ਕੇ, ਜਾਂ ਉਹਨਾਂ ਨੂੰ ਪੁਕਾਰ ਨਹੀਂ ਕੀਤੀ ਹੋਣੀ। ਤਾਂ ਮੈਂ ਫੇਰ ਕਹਿਣਾ ਉਹੀ ਵੀ ਜੇ ਤੁਸੀਂ ਇਹਦਾ ਹੱਲ ਲੱਭਣਾ ਜੀ, ਤਾਂ ਮੈਂ ਉਹ ਗੱਲ ਥੋੜੀ ਹਾਸੇ ਵਾਲੀ ਵੀ ਹੋ ਜਾਂਦੀ ਆ ਵੀ ਇਹਨਾਂ ਦੀਆਂ ਵੀ ਵੋਟਾਂ ਬਣਾ ਦਈਏ ਜੀ, ਆਪਾਂ ਪੰਛੀਆਂ ਦੀਆਂ ਵੀ ਵੋਟਾਂ ਬਣਾ ਦਈਏ, ਗਾਈਆਂ ਮੱਝਾਂ ਦੀਆਂ ਵੋਟਾਂ ਬਣਾ ਦਈਏ, ਫੇਰ ਦੇਖਿਓ ਕਿੱਦਾਂ ਜਾਨੀ ਕਿ ਹੱਲ ਹੁੰਦੇ ਆ, ਕਿਉਂਕਿ ਫੇਰ ਉਹਨਾਂ ਦਾ ਆਪਣਾ ਉਹ ਸਿੱਧਾ ਮਤਲਬ ਸਾਹਮਣੇ ਆਉਂਦਾ ਜੀ। ਤੇ ਤੁਸੀਂ ਮੇਰੀ ਗੱਲ ਸਮਝ ਗਏ ਹੋਵੋਗੇ। ਤੇ ਦੂਸਰੇ ਨੰਬਰ ਦੇ ਉੱਤੇ ਜੇ ਆਪਾਂ ਗੰਭੀਰਤਾ ਦੇ ਨਾਲ ਇਹਨੂੰ ਗੱਲ ਕਰੀਏ, ਤੇ ਫੇਰ ਉਹੀ ਗੱਲ ਆ ਰਿਸ਼ਪਾਲ ਜੀ ਵੀ ਜਦ ਤੱਕ ਸਾਡੀ ਭਾਵਨਾ ਨਹੀਂ ਜਾਗਦੀ ਜੀ, ਜਦ ਤੱਕ ਸਾਡੀ ਭਾਵਨਾ ਨਹੀਂ ਜਾਗਦੀ, ਜਦ ਤੱਕ ਸਾਡੀਆਂ ਫੀਲਿੰਗਸ ਨਹੀਂ ਪੈਦਾ ਹੁੰਦੀਆਂ, ਇਮੋਸ਼ਨਲ ਤੌਰ ਦੇ ਉੱਤੇ ਆਪਾਂ ਜੁੜਦੇ ਨਹੀਂ। ਕਹਿੰਦੇ ਵੀ ਆਪਣੇ ਘਰ ਅੱਗ ਲੱਗ ਜਾਵੇ ਤਾਂ ਅੱਗ, ਤੇ ਦੂਜੇ ਦੇ ਘਰ ਅੱਗ ਲੱਗ ਜਾਵੇ ਤਾਂ ਦੀਵਾਲੀ। ਉਹੀ ਚੀਜ਼ ਅੱਜ ਕੱਲ੍ਹ ਇਹਨਾਂ ਪੰਛੀਆਂ ਜਾਨਵਰਾਂ ਵਾਸਤੇ ਪਣਪ ਰਹੀ ਆ, ਕਿਉਂਕਿ ਸਭ ਤੋਂ ਇੰਪੋਰਟੈਂਟ ਗੱਲ ਆ ਸਾਡੀ ਭਾਵਨਾ ਦਾ ਜਾਗ ਜਾਣਾ। ਕਿਉਂਕਿ ਜਦ ਤੱਕ ਸਾਡੀ ਭਾਵਨਾ ਨਹੀਂ ਜਾਗਦੀ, ਚਾਹੇ ਕੋਈ ਮੰਤਰੀ ਹੈ, ਚਾਹੇ ਅਸੀਂ ਆਮ ਬੰਦੇ ਆ, ਤਦ ਤੱਕ ਆਪਾਂ ਇਹਨਾਂ ਦਾ ਕੁਝ ਨਹੀਂ ਕਰ ਸਕਦੇ। ਉਹ ਭਾਵਨਾ ਜਗਾਉਣ ਦੇ ਲਈ ਹੀ ਅਸੀਂ ਮਤਲਬ ਕਿ ਇਹਦਾ ਬਹੁਤ ਸਾਰੀਆਂ ਕਵਿਤਾਵਾਂ ਦਾ ਮੈਂ ਰਚਨ ਕਰ ਰਿਹਾ ਜੀ। ਨੇਚਰ ਵਿਜ਼ਿਟ ਆਪਾਂ ਬੱਚਿਆਂ ਦੀ, ਲੋਕਾਂ ਦੀ ਅਰੇਂਜ ਕਰ ਰਹੇ ਆ। ਤੋ ਇੱਥੇ ਹੁਸ਼ਿਆਰਪੁਰ ਦੇ ਵਿੱਚ ਇੱਕ ਤਖਣੀ ਰਹਿਮਾਪੁਰ ਵਾਈਲਡ ਲਾਈਫ ਸੈਂਚੁਰੀ ਹੈਗੀ ਆ, ਜੰਗਲੀ ਜੀਵ ਸੈਂਚੁਰੀ, ਜਿਹੜੀ ਕਿ ਮਹਿੰਗਰਵਾਲ ਜਨੌੜੀ ਰੋਡ ਦੇ ਉੱਤੇ ਸਥਿਤ ਵਾ। ਔਰ ਉਸ ਸੈਂਚੁਰੀ ਦੇ ਵਿੱਚ ਇੰਟਰਪ੍ਰੀਟੇਸ਼ਨ ਸੈਂਟਰ ਇੱਕ ਬਹੁਤ ਵੱਡਾ 33 ਲੱਖ ਦਾ ਪ੍ਰੋਜੈਕਟ ਉਹ ਸਾਡਾ ਤੇ ਜਿਹੜਾ ਵਾਈਲਡ ਲਾਈਫ ਡਿਪਾਰਟਮੈਂਟ ਹੈ ਇਹਨਾਂ ਦੇ ਉਪਰਾਲੇ ਦੇ ਨਾਲ ਹੋ ਚੁੱਕਾ ਆ। ਤੇ ਉਹ ਇਹੀ ਆ ਵੀ ਜਿੰਨਾ ਜ਼ਿਆਦਾ ਆਪਾਂ ਜੰਗਲਾਂ ਦੇ ਨੇੜੇ ਜਾਵਾਂਗੇ, ਪਸ਼ੂ ਪੰਛੀਆਂ ਦੇ ਨੇੜੇ ਜਾਵਾਂਗੇ, ਇਹਨਾਂ ਦੀਆਂ ਡਾਕੂਮੈਂਟਰੀਜ਼ ਬਣਨਗੀਆਂ, ਇਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਆਪਾਂ ਬੰਦਿਆਂ ਤੱਕ ਪਹੁੰਚਾਵਾਂਗੇ, ਤਦ ਜਾ ਕੇ ਜਾਨੀ ਕਿ ਕਿਤੇ ਨਾ ਕਿਤੇ ਭਾਵਨਾਤਮਕ ਸਾਂਝ ਬਣੂਗੀ। ਤੇ ਫੇਰ ਜਾ ਕੇ ਕਿਤੇ ਨਾ ਕਿਤੇ ਜਾਨੀ ਕਿ ਜਿਹੜੇ ਉਪਰਾਲੇ ਹੋਰ ਸੰਭਵ ਹੋ ਪਾਣਗੇ ਕਿ ਆਪਾਂ ਇਹਨਾਂ ਦੇ ਲਈ ਕੁਝ ਕਰ ਸਕੀਏ। ਤੇ ਬਾਕੀ ਇਹ ਗੱਲ ਜਿੱਦਾਂ ਸਰਕਾਰਾਂ ਦੀ, ਤੋਂ ਸਰਕਾਰਾਂ ਨੂੰ ਵੀ ਜਥੇਬੰਦਕ ਹੋਣ ਦੀ ਲੋੜ ਹੈਗੀ ਹੈ। ਇਹੀ ਨਹੀਂ ਕਿ ਉਹ ਪੰਛੀਆਂ ਜਾਨਵਰਾਂ ਦੀਆਂ ਵੋਟਾਂ ਹੋਣਗੀਆਂ ਆਪਾਂ ਤਾਂ ਹੀ ਕੁਝ ਕਰਨਾ। ਆਪਾਂ ਨੂੰ ਪਹਿਲਾਂ ਜਾਗਰੂਕ ਹੋਣਾ ਪੈਣਾ, ਕਿਉਂਕਿ ਜਿੱਦਣ ਵਾਤਾਵਰਨ ਖਰਾਬ ਹੋਇਆ, ਜਦੋਂ ਕਹਿੰਦੇ ਅੱਗ ਲੱਗਦੀ ਆ, ਫਿਰ ਉਹ ਇਹ ਸੇਕ ਉਹਦਾ ਸਾਰੇ ਪਾਸੇ ਪਹੁੰਚਦਾ ਆ। ਤੋਂ ਜਦੋਂ ਹੁਣ ਡੇਂਗੂ ਜਦੋਂ ਫੈਲਿਆ, ਤੇ ਤੁਸੀਂ ਦੇਖੋ ਵੀ ਪਿੱਛੇ ਯਸ਼ ਚੋਪੜਾ ਜਿਹੜੇ ਕਿ ਇੱਕ ਬਹੁਤ ਤਕੜੇ ਫਿਲਮ ਸੰਗੀਤਕਾਰ ਸੀਗੇ, ਉਹ ਡੇਂਗੂ ਨਾਲ ਉਹਨਾਂ ਦੀ ਮੌਤ ਹੋਈ ਸੀ। ਤੋਂ ਫਿਰ ਮੱਛਰ ਨੇ ਤਾਂ ਨਹੀਂ ਦੇਖਿਆ ਵੀ ਇਹ ਬੰਦਾ ਕਰੋੜਾਂ ਅਰਬਾਂ ਪਤੀ, ਇਹਨੂੰ ਮੈਂ ਲੜਨਾ ਨਹੀਂ। ਤੋਂ ਜਦੋਂ ਸਾਡਾ ਵਾਤਾਵਰਨ ਖਰਾਬ ਹੋਣਾ, ਇਹਦਾ ਨੁਕਸਾਨ ਮੰਤਰੀਆਂ ਤੱਕ ਵੀ ਪਹੁੰਚਣਾ ਆ, ਸਾਡੇ ਸਮਾਜ ਤੋਂ ਹੁੰਦਾ ਹੋਇਆ ਉਹਨਾਂ ਤੱਕ ਵੀ ਪਹੁੰਚਣਾ, ਤਾਂ ਨੁਕਸਾਨ ਸਾਡਾ ਸਾਰਿਆਂ ਦਾ ਆ। ਇਸ ਕਰਕੇ ਸਾਨੂੰ ਸਾਰਿਆਂ ਨੂੰ ਹੀ ਇਹ ਉਪਰਾਲਾ ਕਰਨਾ ਚਾਹੀਦਾ। ਮੰਤਰੀਆਂ ਦੀ ਜ਼ਿੰਮੇਵਾਰੀ ਇਸ ਕਰਕੇ ਵੱਧ ਜਾਂਦੀ ਆ ਕਿਉਂਕਿ ਦੇ ਆਰ ਰਿਸਪੌਂਸਿਬਲ ਪਰਸਨ, ਤੇ ਉਹਨਾਂ ਨੂੰ ਸਮਾਜ ਨੇ ਚੁਣ ਕੇ ਉੱਪਰ ਭੇਜਿਆ ਆ, ਤੇ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ, ਜਿੱਦਾਂ ਹੁਣ ਅਸੀਂ ਇੱਕ ਸੰਸਥਾ ਦੇ, ਮੈਂ ਮੁਖੀ ਹੋਣ ਦੇ ਯਾਨੀ ਕਿ ਨਾਤੇ ਸਵਾਸਥ ਸੰਸਥਾ ਦੇ, ਤੇ ਮੇਰੀ ਜ਼ਿੰਮੇਵਾਰੀ ਵੱਧ ਬਣ ਜਾਂਦੀ ਆ ਵੀ ਮੈਂ ਆਪਣੇ ਕੰਮਾਂ ਨੂੰ ਥੋੜਾ ਜਿਹਾ ਦੇਖਾਂ, ਤੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਆਪਾਂ ਇਹ ਹਰ ਚੀਜ਼ ਨੂੰ, ਹਰ ਪਹਿਲੂ ਨੂੰ ਰੱਖ ਕੇ ਚੱਲੀਏ। ਜਦ ਕਿ ਇਹਨਾਂ ਦੇ ਲਈ ਫੰਡ ਰੇਜ਼ ਕੀਤੇ ਜਾਂਦੇ ਆ, ਸਾਰੀਆਂ ਸੰਵਿਧਾਨ ਹੈਗੇ ਆ, ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਹੈਗਾ ਵਾਈਲਡ ਐਨੀਮਲਸ ਵਾਸਤੇ, ਉਹ ਪੂਰਾ ਸੰਵਿਧਾਨ ਹੀ ਆ ਜਾਨਵਰਾਂ ਦਾ, ਉਹ ਸਾਰਾ ਕੁਝ ਬਣਿਆ। ਤਾਂ ਸਾਨੂੰ ਇਧਰਲੇ ਪਾਸੇ ਨੂੰ ਤੁਰਨਾ ਚਾਹੀਦਾ, ਪਰ ਸਿਰਫ ਸਾਡੀਆਂ ਫੀਲਿੰਗਸ, ਭਾਵਨਾਵਾਂ ਦੀ ਗੱਲ ਆ ਜੀ। ਜੇ ਭਾਵਨਾ ਬਣ ਗਈ ਤਾਂ ਇੱਥੇ ਬਾਕੀ ਉਹ ਵੀ ਲੋਕ ਤੁਰਨਗੇ ਜੀ, ਮੇਰਾ ਇਹ ਮੰਨਣਾ ਹੈ ਜੀ। ਜੋ ਭਾਵਨਾਵਾਂ ਨੇ ਤਾਂ ਹੀ ਬਣਨੀਆਂ, ਜੇ ਅਸੀਂ ਸਾਰੇ ਲੋਕ ਏਦਾਂ ਹੀ ਪੁਕਾਰ ਟੀਵੀ ਦੇ ਮਾਧਿਅਮ ਵਾਂਗੂ ਅਸੀਂ ਰੌਲਾ ਪਾਵਾਂਗੇ ਤਾਂ ਹੀ ਬਣਨੀ ਹੈ ਜੀ। ਜ਼ਰੂਰ ਜੀ, ਅਸੀਂ ਤੇ ਕੇਂਦਰੀ ਮੰਤਰੀਆਂ ਤੱਕ ਸਿੱਧੀ ਪਹੁੰਚ ਕਰਦੇ ਹਾਂ ਜੀ, ਵੀ ਕਿਤੇ ਉਹਨਾਂ ਦੇ ਅੰਦਰ ਵੀ ਦਇਆ ਆ ਜਾਏ ਇਹਨਾਂ ਪ੍ਰਤੀ, ਇਹਨਾਂ ਪਸ਼ੂਆਂ ਤੇ ਪੰਛੀਆਂ ਦੀ ਸੇਵਾ ਵਾਸਤੇ ਕਿਤੇ ਉਹ ਵੀ ਅੱਗੇ ਆ ਜਾਣ। ਤੇ ਕਿਸੇ ਵੇਲੇ ਜਾਣਾਂਗੇ ਆਪਾਂ, ਸਰਕਾਰੀ ਪੱਧਰ ਤੇ ਵੀ ਜਾਣਾਂਗੇ, ਉਹ ਕੀ ਕੁਝ ਕਰਦੇ ਨੇ, ਅਸੀਂ ਉਹਨਾਂ ਨੂੰ ਕੋਈ ਦੋਸ਼ ਨਹੀਂ ਦਿੰਦੇ। ਡਾਕਟਰ ਸਾਹਿਬ, ਬਸ ਆਪਣਾ ਸਮਾਂ ਬਿਲਕੁਲ ਸਮਾਪਤੀ ਵੱਲ ਹੈ। 1-2 ਟਿੱਪਣੀਆਂ ਮੈਂ ਤੁਹਾਡੇ ਕੋਲੋਂ ਚਾਹਾਂਗਾ। ਇਹ ਪੰਜਾਬ ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਕਹਿੰਦੇ 6 ਪਨਾਹਗਾਹਾਂ ਨੇ, ਕੁਝ 2-3 ਚਿੜੀਆ ਘਰ ਨੇ, ਤੇ ਏਦਾਂ ਹਿਰਨਾਂ ਦੀ ਸੁਰੱਖਿਆ ਵਾਸਤੇ 2-3 ਬਾਗ ਸਥਾਪਿਤ ਨੇ। ਕੀ ਇਹ ਸਾਰਾ ਕੁਝ ਬਹੁਤ ਹੈ ਜਾਂ ਹੋਰ ਕੁਝ ਹੋਣਾ ਚਾਹੀਦਾ? ਦੇਖੋ ਰਿਸ਼ਪਾਲ ਜੀ, ਜਿੰਨਾ ਕੁਝ ਹੈਗਾ ਪੰਜਾਬ ਦੇ ਵਿੱਚ, ਉਹ ਆਪਾਂ ਇਹਨੂੰ ਬਹੁਤ ਕਹਿ ਵੀ ਸਕਦੇ ਹਾਂ, ਨਹੀਂ ਵੀ ਕਹਿ ਸਕਦੇ। ਜਿਹੜੀ ਜੰਗਲੀ ਜੀਵ ਸੈਂਚੁਰੀਜ਼ ਜਿੱਥੇ ਤੱਕ ਮੇਰੀ ਨੌਲੇਜ ਹੈਗੀ, ਉਹ 13 ਹੈ ਜੀ। ਜਿੱਦਾਂ ਤਖਣੀ ਰਹਿਮਾਪੁਰ ਵਾਈਲਡ ਲਾਈਫ ਸੈਂਚੁਰੀ ਆ, ਏਦਾਂ ਦੀਆਂ 13 ਰੱਖਾਂ ਆ। ਬਾਕੀ ਜਿੱਦਾਂ ਹਿਰਨ ਪਾਰਕ ਆ, ਜਾਂ ਲਾਇਨ ਸਫਾਰੀ ਹੈਗੀ ਆ, ਆਪਣੇ ਡੀਅਰ ਸਫਾਰੀ ਹੈਗੀ ਆ। ਲਾਇਨ ਸਫਾਰੀ ਜਿਹੜੀ ਲੁਧਿਆਣੇ ਜਾਂਦੇ ਨੂੰ, ਹੁਸ਼ਿਆਰਪੁਰ ਤੋਂ ਲੁਧਿਆਣਾ ਰੋਡ ਦੇ ਉੱਤੇ ਆ। ਤੋਂ ਮਸਲਾ ਇਹ ਆ ਕਿ ਇਹ ਸਫੀਸ਼ੀਐਂਟ ਕਿੱਦਾਂ ਹੋਣਗੀਆਂ, ਜਦੋਂ ਅਸੀਂ ਜਿਹੜੀ ਮੂਵਮੈਂਟ ਅਵੇਅਰਨੈਸ ਦੀ ਤੇਜ਼ ਕਰਾਂਗੇ।
ਜਾਗਰਤੀ ਮੂਵਮੈਂਟ ਸਾਨੂੰ ਤੇਜ਼ ਕਰਨ ਦੀ ਲੋੜ ਆ। ਉਹ ਹੈਗੀਆਂ ਤਾਂ ਹੈਗੀਆਂ, ਪਰ ਅਸੀਂ ਸਿਰਫ ਜਾ ਕੇ ਜਾਨਵਰਾਂ ਦੇ ਨਾਲ ਮਨ ਪਰਚਾਵੇ ਤੱਕ ਆਪਾਂ ਸੀਮਤ ਜਾਨੀ ਕਿ ਰਹਿੰਦੇ ਆ। ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਆਪਣੇ ਬੱਚਿਆਂ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਉਹਨਾਂ ਬੱਚਿਆਂ ਨੂੰ ਇਹਨਾਂ ਜਾਨਵਰਾਂ ਦੇ ਨਾਲ, ਪੰਛੀਆਂ ਦੇ ਨਾਲ, ਪੌਦਿਆਂ ਦੇ ਨਾਲ, ਕੁਦਰਤ ਦੇ ਨਾਲ ਇਹ ਸਾਨੂੰ ਭਾਵਨਾਤਮਿਕ ਤੌਰ ਦੇ ਉੱਤੇ ਜਾਨੀ ਕਿ ਜਿਹੜਾ ਜੋੜਨਾ ਬਹੁਤ ਜ਼ਰੂਰੀ ਆ। ਇਹਦੇ ਬਾਰੇ ਜੇ ਮੈਨੂੰ ਵੀ ਕੋਈ ਪੁੱਛ ਲਵੇ ਕਿ ਜੇ ਮੈਂ ਆਪਣਾ ਇੱਕ ਲਾਈਨ 'ਚ ਕੰਮ ਡਿਫਾਈਨ ਕਰਨਾ ਹੋਵੇ ਵੀ ਅਸੀਂ ਕੀ ਕੰਮ ਕਰਦੇ ਆ, ਸੋ ਮਾਈ ਸੋਲ ਏਮ is to connect people with nature, birds and wildlife emotionally. So just to develop the emotional belongingness between people and nature. ਤੇ ਕੁਦਰਤ ਤੇ ਜਿਹੜੇ ਲੋਕ ਹੈਗੇ ਆ, ਜੰਗਲੀ ਜਾਨਵਰ, ਕੁਦਰਤ ਤੇ ਪੰਛੀ, ਇਹ ਜਿਹੜੇ ਇਹਨਾਂ ਦਾ ਭਾਵਨਾਤਮਕ ਤੌਰ ਦੇ ਉੱਤੇ ਲੋਕਾਂ ਨਾਲ ਜਿਹੜਾ ਰਿਸ਼ਤਾ ਬਣਾਉਣਾ, ਤੇ ਇਹੀ ਜਿਹੜੀ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਆ। ਜੇ ਉਹ ਸਾਡਾ ਰਿਸ਼ਤਾ ਬਣ ਜਾਵੇ ਤਾਂ ਆਪਾਂ ਘਰੋਂ ਹੀ ਬੈਠੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਛੋਟੀਆਂ ਜਿਹਦਾ ਚਾਈਨਾ ਡੋਰ ਹੀ ਬੰਦ ਕਰ ਦਈਏ, ਆਪਣੇ ਘਰ ਦੇ ਉੱਤੇ ਪਾਣੀ ਦਾ ਕਟੋਰਾ ਰੱਖਣਾ ਸ਼ੁਰੂ ਕਰ ਦਈਏ। ਕੋਈ ਹੋਰ ਨਹੀਂ, ਮੈਂ ਕਹਿੰਦਾ ਵੀ ਜਦੋਂ ਤੁਸੀਂ ਫੱਟੜ ਜਾਨਵਰ ਜਾਂ ਪੰਛੀ ਦੇਖੋ, ਇਤਲਾਹ ਹੀ ਕਰ ਦਈਏ ਆਪਾਂ ਸੰਸਥਾ ਨੂੰ, ਠੀਕ ਹੈ ਨਾ ਜੀ। ਤੇ ਕਿਤੇ ਨਾ ਕਿਤੇ ਆਪਾਂ ਕੰਟਰੀਬਿਊਸ਼ਨ ਵੀ ਮਤਲਬ ਦਈਏ ਚੀਜ਼ਾਂ ਚੰਗੀਆਂ ਲੱਭ ਕੇ। ਤੋ ਇਹ ਛੋਟੀਆਂ ਚੀਜ਼ਾਂ ਕਦੋਂ ਆਉਣਗੀਆਂ? ਜਦੋਂ ਆਪਾਂ ਸਾਰੇ ਭਾਵਨਾਤਮਕ ਤੌਰ ਦੇ ਉੱਤੇ ਜੁੜਾਂਗੇ। ਤੇ ਪਰ ਜਿਹੜੀਆਂ ਤੁਸੀਂ ਗੱਲਾਂ ਕਿ ਰੱਖਾਂ ਤਾਂ ਹੈਗੀਆਂ, ਪਰ ਉਹਨਾਂ ਰੱਖਾਂ ਦੇ ਕੀ ਹਾਲਾਤ ਵਾ, ਉਹਨਾਂ ਦੀ ਡਿਵੈਲਪਮੈਂਟ ਕਰਨੀ ਚਾਹੀਦੀ ਆ। ਉਹ ਜੋ ਵੀ ਫੰਡਸ ਆ ਸਰਕਾਰ ਨੂੰ ਉਹਨਾਂ ਤੇ ਲਾਣੇ ਚਾਹੀਦੇ ਆ, ਤਾਂ ਕਿ ਉਹ ਜਿਹੜੇ ਜੰਗਲ ਆ ਲੋਕਾਂ ਦੇ ਘੁੰਮਣ ਯੋਗ ਹੋ ਸਕਣ। ਤੇ ਹੁਣ ਜਿੱਦਾਂ ਪਠਾਨਕੋਟ ਦੇ ਵਿੱਚ ਕਥਲੌਰ ਕੁਛਲੀਆਂ ਜਿਹੜੀ ਸੈਂਚਰੀ ਹੈਗੀ ਉਹ ਖੁੱਲ ਗਈ ਆ। ਉੱਥੇ ਦੇ DFO ਰਾਜੇਸ਼ ਮਹਾਜਨ ਜੀ ਬਹੁਤ ਵੱਡਾ ਉਪਰਾਲਾ ਉਹਨਾਂ ਨੇ ਕੀਤਾ, ਕਰੋੜਾਂ ਦੇ ਫੰਡ ਜਿਹੜੇ ਉੱਥੇ ਮੈਨੇਜ ਕੀਤੇ ਆ। ਏਦਾਂ ਹੁਸ਼ਿਆਰਪੁਰ ਜਿਹੜੀ ਤਖਣੀ ਰਾਮਾਪੁਰ ਵਾਈਲਡ ਲਾਈਫ ਸੈਂਚਰੀ ਆ, ਇੱਥੇ ਵੀ 50-60 ਲੱਖ ਰੁਪਈਆ ਲੱਗ ਚੁੱਕਾ ਆ। ਇਹ ਵੀ ਆਲਮੋਸਟ ਜਿਹੜੀ ਖੁੱਲਣ ਜਾਨੀ ਕਿ ਜਾ ਰਹੀ ਆ। ਏਦਾਂ ਜਿੰਨੀਆਂ ਸੈਂਚਰੀਜ਼ ਓਪਨ ਹੋਣਗੀਆਂ ਆਮ ਪਬਲਿਕ ਵਾਸਤੇ, ਤੇ ਉਹ ਲੋਕ ਉੱਥੇ ਘੁੰਮਣ ਜਾਣਗੇ ਤਾਂ ਰਾਬਤਾ ਪੈਦਾ ਹੋਊਗਾ। ਜਦੋਂ ਰਾਬਤਾ ਪੈਦਾ ਹੋਊਗਾ ਤਾਂ ਪਿਆਰ ਪੈਦਾ ਹੁੰਦਾ, ਜਦੋਂ ਪਿਆਰ ਪੈਦਾ ਹੁੰਦਾ ਫਿਰ ਜਾਗਰਤੀ ਤੇ ਫਿਰ ਪ੍ਰੋਟੈਕਸ਼ਨ ਪੈਦਾ ਹੁੰਦੀ ਹੈ। ਡਾਕਟਰ ਸਾਹਿਬ, ਇੱਕ ਆਪਣੇ ਪੰਜਾਬ ਵਾਲੀ ਆਪਾਂ ਮਾਣ ਵਾਲੀ ਗੱਲ ਸਮਝਦੇ ਆ ਵੀ ਅੰਤਰਰਾਸ਼ਟਰੀ ਪੱਧਰ ਤੇ ਪ੍ਰਾਹੁਣੇ ਆਉਂਦੇ ਨੇ, ਉਹ ਭਾਵੇਂ ਹਰੀਕੇ ਆਉਣ, ਭਾਵੇਂ ਕਾਂਜਲੀ ਆਉਣ, ਤੇ ਭਾਵੇਂ ਉਹ ਰੋਪੜ ਵਿਖੇ ਜੈਵਿਕ ਜਿਹੜੀ ਸੁਰੱਖਿਆ ਵਾਸਤੇ ਪ੍ਰਬੰਧ ਕੀਤੇ ਹੋਏ ਨੇ। ਅਜਿਹੇ ਜਿਹੜੇ ਉਦਮ ਹੈ, ਇਹਨਾਂ ਦੇ ਵਿੱਚ ਤੁਸੀਂ ਹੋਰ ਕੀ ਦੇਖਦੇ ਹੋ ਵੀ ਹੋਰ ਵਾਧਾ ਹੋਣਾ ਚਾਹੀਦਾ, ਜਾਂ ਹੋਰ ਕਿਹੜੇ ਅੱਛੇ ਜਿਹੜੇ ਪ੍ਰਬੰਧ ਕੀਤੇ ਜਾ ਸਕਦੇ? ਦੇਖੋ ਜੀ, ਸਭ ਤੋਂ ਜਿਹੜੇ ਮੇਨ ਚੀਜ਼ਾਂ ਜਿਹੜੇ ਪ੍ਰਵਾਸੀ ਪ੍ਰਾਹੁਣੇ ਸਾਡੇ ਕੋਲ ਜਾਨੀ ਕਿ ਇੱਥੇ ਆਉਂਦੇ ਨੇ, ਉਹ ਵਾਟਰ ਬੋਡੀਜ਼ ਤੇ ਤਾਂ ਆਉਂਦੇ ਹੀ ਨੇ। ਸਭ ਤੋਂ ਵੱਡੀ ਇੰਪੋਰਟੈਂਟ ਗੱਲ ਹੈ ਜਿਹੜੀ ਜਾਣਕਾਰੀ ਦਰਸ਼ਕਾਂ ਨੂੰ ਜਾਨੀ ਕਿ ਦੇਣਾ ਚਾਹੂੰਗਾ ਕਿ ਇਕੱਲੇ ਵਾਟਰ ਬੋਡੀਜ਼ ਦੇ ਉੱਤੇ, ਜਿੱਦਾਂ ਹਰੀਕੇ ਪਤਨ ਹੋ ਗਿਆ, ਜਾਂ ਪੌਂਗ ਡੈਮ ਹੋ ਗਿਆ, ਜਾਂ ਨੰਗਲ ਵੈਟਲੈਂਡ ਹੋ ਗਈ, ਇਹ ਇਕੱਲੇ ਪ੍ਰਵਾਸੀ ਪੰਛੀ ਜਿਹੜੇ ਹੈਗੇ ਆ, ਜਾਂ ਜਿਹੜੇ ਪ੍ਰਵਾਸੀ ਪ੍ਰਾਹੁਣੇ ਆ, ਉਹ ਇਕੱਲੇ ਸਿਰਫ ਇਹਨਾਂ ਰੱਖਾਂ ਤੇ ਨਹੀਂ ਆਉਂਦੇ, ਯਾਨੀ ਕਿ ਪਾਣੀ ਵਾਲੀਆਂ ਰੱਖਾਂ ਤੇ ਨਹੀਂ ਹੁੰਦੇ। ਸਾਡੇ ਪੂਰੇ ਜੰਗਲਾਂ ਦੇ ਵਿੱਚ ਪ੍ਰਵਾਸੀ ਪੰਛੀ ਆਉਂਦੇ ਆ। ਬਹੁਤ ਸਾਰੀਆਂ ਪ੍ਰਜਾਤੀਆਂ ਜਿਹੜੀਆਂ ਆਮ ਹੁਸ਼ਿਆਰਪੁਰ ਦੇ ਵਿੱਚ ਵੀ, ਜਿੱਦਾਂ ਆਪਾਂ ਇੱਕ ਸਿੰਪਲ ਜੀ ਗੱਲ ਕਹੀਏ, ਜਿਹਨੂੰ ਆਪਾਂ ਪਪੀਹਾ ਕਹਿੰਦੇ ਆ, ਜੈਕੋਬਿਨ ਕੁੱਕੂ, ਉਹ ਜਿਹੜਾ ਸਾਊਥ ਅਫਰੀਕਨ ਬਰਡ ਹੈਗਾ ਜੀ, ਉੱਥੋਂ ਮਾਈਗ੍ਰੇਟ ਕਰਕੇ ਇੱਥੇ ਬੱਚੇ ਦੇਣ ਆਪਣੇ ਆਉਂਦਾ, ਜਾਨੀ ਇੱਥੇ ਆ ਕੇ ਉਹਨੇ ਆਪਣੀ ਬਰੀਡਿੰਗ ਕਰਨੀ ਹੁੰਦੀ ਹੈ। ਹੁਣ ਉਹ ਪਾਣੀ ਦੇ ਵਿੱਚ ਨਹੀਂ ਰਹਿੰਦਾ, ਪਰ ਜਿਹੜਾ ਪਪੀਹਾ ਆ ਉਹ ਸਾਊਥ ਅਫਰੀਕਨ ਬਰਡ ਆ, ਇੰਡੀਅਨ ਬਰਡ ਨਹੀਂ ਹੈਗਾ। ਤੇ ਉਹ ਇੱਥੇ ਆਉਂਦਾ ਆ, ਮਤਲਬ ਕਿ ਤਕਰੀਬਨ ਜੂਨ ਦੇ ਪਹਿਲੇ ਹਫ਼ਤੇ ਉਹਨੇ ਇੱਥੇ ਆ ਜਾਣਾ, ਤੇ ਹੁਣ ਉਹਦੇ ਜਾਣ ਦਾ ਸਮਾਂ ਤਕਰੀਬਨ ਹੋਇਆ ਜੀ ਅਕਤੂਬਰ ਦੇ ਵਿੱਚ, ਠੀਕ ਹੈ ਜੀ। ਤੋ ਏਦਾਂ ਇੱਕ ਤਾਂ ਇਹ ਆ ਵੀ ਇਹਨਾਂ ਦੀ ਜਾਗਰਤੀ ਜਿਹੜੀ ਹੈ ਬਹੁਤ ਜ਼ਰੂਰੀ ਆ ਭਾਵਨਾਤਮਕ ਤੌਰ ਤੇ ਜੋੜਨ ਵਾਸਤੇ। ਦੂਜੇ ਨੰਬਰ ਦੇ ਉੱਤੇ ਜਿਹੜੀ ਇਲੀਗਲ ਪੋਚਿੰਗ ਹੁੰਦੀ ਆ, ਤੋਤਿਆਂ ਦੀ ਇਲੀਗਲ ਪੋਚਿੰਗ ਬਹੁਤ ਆ, ਜਿਹੜੇ ਇੱਥੇ ਅਲੈਗਜ਼ੈਂਡਰੀਅਨ ਪੈਰਾਕੀਟ ਆ। ਇਦਾਂ ਹੀ ਬਹੁਤ ਸਾਰੇ ਅਵੈਧ ਇਦਾਂ ਦੇ ਰੈਕਟ ਹੈਗੇ ਆ, ਅਵੈਧ ਸ਼ਿਕਾਰੀ ਹੈਗੇ ਆ, ਜਿਹੜੇ ਲੋਕਲਾਈਟਸ ਨਾਲ ਮਿਲ ਕੇ ਥੋੜੇ ਬਹੁਤੇ ਪੈਸੇ ਦੇ ਕੇ ਇਹਨਾਂ ਜਾਨਵਰਾਂ ਨੂੰ ਜਾਲ ਦੇ ਵਿੱਚ ਫਸਾਉਂਦੇ ਆ, ਇਹਨਾਂ ਦੇ ਐਗਸ ਦੀ ਤਸਕਰੀ ਕਰਦੇ ਆ। ਤਾਂ ਉਹ ਜਾਗਰਤੀ ਵੀ ਹੋਣੀ ਚਾਹੀਦੀ ਹੈ। ਜਿੰਨੇ ਲੋਕ ਇਹਨਾਂ ਪੰਛੀਆਂ ਨੂੰ ਦੇਖਣ ਵਾਸਤੇ ਉਹਨਾਂ ਜਗ੍ਹਾ ਦੇ ਉੱਤੇ ਜਾਊਗੇ, ਉਹਨਾਂ ਉਹ ਜਿਹੜੇ ਅਵੈਧ ਸ਼ਿਕਾਰੀਆਂ ਦਾ ਜਿਹੜਾ ਐਕਸਪੋਜ਼ਰ ਆ ਉਹ ਜ਼ਿਆਦਾ ਹੋਊਗਾ, ਜਿਹਦੇ ਕਰਕੇ ਇਹ ਚੀਜ਼ਾਂ ਰੁਕ ਸਕਦੀਆਂ ਆ। ਸੋ ਸਭ ਤੋਂ ਇੰਪੋਰਟੈਂਟ ਗੱਲ ਉਹੀ ਹੈ ਜੀ, ਜਿੱਥੇ ਲੋਕ ਜਾਣਾ ਸ਼ੁਰੂ ਕਰ ਦਿੰਦੇ ਆ ਉਹ ਚੀਜ਼ਾਂ ਡਿਵੈਲਪ ਹੋ ਜਾਂਦੀਆਂ। ਜਿੱਥੇ ਆਪਾਂ ਨਹੀਂ ਜਾਂਦੇ ਉਹ ਚੀਜ਼ਾਂ ਨੂੰ ਆਪਾਂ ਉਜਾੜ ਕਹਿੰਦੇ ਆ, ਵੀ ਇੱਥੇ ਬੰਦੇ ਨਹੀਂ ਜਾਂਦੇ, ਉਜਾੜ ਪੈ ਗਈ। ਤੋ ਜਿੰਨਾ ਆਪਾਂ ਭਾਵਨਾਤਮਕ ਤੌਰ ਤੇ ਇਹਨਾਂ ਚੀਜ਼ਾਂ ਨਾਲ ਜੁੜਾਂਗੇ, ਔਰ ਸਰਕਾਰ ਨੂੰ ਵੀ ਮੈਂ ਇੱਥੇ ਜ਼ਰੂਰ ਬੇਨਤੀ ਕਰਨਾ ਚਾਹੂੰਗਾ ਵੀ ਇਹ ਜਿਹੜੀਆਂ ਰੱਖਾਂ ਆ, ਇਹਨਾਂ ਰੱਖਾਂ ਨੂੰ ਜਿਹੜੇ ਕੰਜ਼ਰਵੇਸ਼ਨਿਸਟ ਲੋਕ ਹੈਗੇ ਆ, ਜਿਹੜਾ ਕਈ ਵਾਰੀ ਕੀ ਹੈ, ਜੋ ਪਾਣੀ ਦੀ ਸਫਾਈ ਕਰ ਦਿੰਦੇ ਬਹੁਤ ਜ਼ਿਆਦਾ, ਜਦ ਕਿ ਉਹ ਸਫਾਈ ਕਈ ਵਾਰੀ ਨਹੀਂ ਹੋਣੀ ਚਾਹੀਦੀ। ਉਹਦੇ ਵਿੱਚ ਉਹ ਝਾੜੀਆਂ, ਉਹ ਜੰਗਲ ਬੇਲਾ ਪਾਣੀ ਦੇ ਵਿੱਚ ਹੋਣਾ ਚਾਹੀਦਾ, ਤਾਂ ਹੀ ਜਾਨਵਰ ਉੱਥੇ ਆ ਕੇ ਲੁਕ ਸਕਣਗੇ ਸ਼ੈਲਟਰ। ਕਈ ਜੰਗਲਾਂ ਦੇ ਵਿੱਚ ਝਾੜੀ ਆ, ਉਹਨੂੰ ਕੱਟਣ ਲੱਗ ਪੈਂਦੇ, ਵਿੱਚ ਜੰਗਲ ਸਾਫ਼ ਕਰ ਦੇਣਾ। ਜੇ ਸਾਫ਼ ਕਰ ਗਿਆ ਤਾਂ ਜਾਨਵਰ ਦੇ ਲੁਕਣ ਦੀ ਜਗ੍ਹਾ ਨਹੀਂ, ਉਹ ਜਾਨਵਰ ਦੇ ਲਈ ਤਾਂ ਵਿਚਾਰਾ ਆ ਹੀ ਨਹੀਂ ਸਕਦਾ, ਕਿਉਂਕਿ ਉਹਨੇ ਹਮੇਸ਼ਾ ਝਾੜੀ ਦੀ ਓਟ ਲੈ ਕੇ ਲੁਕਣਾ ਹੁੰਦਾ ਆ। ਤੋ ਜਦੋਂ ਵੀ ਕੋਈ ਇਦਾਂ ਦੇ ਪ੍ਰੋਜੈਕਟ ਜਿਹੜੇ ਝੀਲਾਂ ਦੇ ਕਰਨੇ, ਜਿਹੜੇ ਨੇਚਰ ਕੰਜ਼ਰਵੇਸ਼ਨਿਸਟ ਬਹੁਤ ਸਾਰੇ ਲੋਕ ਆ ਪੰਜਾਬ 'ਚ ਕੰਮ ਕਰ ਰਹੇ ਨੇ, ਬੜੇ ਵਧੀਆ ਲੋਕ ਕੰਮ ਕਰ ਰਹੇ ਨੇ, ਆਪਾਂ ਵੀ ਇਸੇ ਕੜੀ ਦੇ ਵਿੱਚ ਹੈਗੇ ਆ। ਤੋ ਉਹ ਜਿਹੜਾ ਵੀ ਏਰੀਆ ਜਿੱਦਾਂ ਹੁਸ਼ਿਆਰਪੁਰ ਆ, ਤੇ ਉੱਥੇ ਮੇਰੀ ਸਲਾਹ ਲਈ ਜਾ ਸਕਦੀ ਆ, ਹੋਰ ਜਿਹੜੇ ਲੋਕ ਆ ਜਿੱਥੇ ਦੇ ਜ਼ਿਲ੍ਹੇ ਆ ਉੱਥੇ ਦੀ ਸਲਾਹ ਲੈ ਕੇ ਉਹਨਾਂ ਨੂੰ ਜਿਹੜਾ ਡਿਵੈਲਪ ਕੀਤਾ ਜਾਣਾ ਚਾਹੀਦਾ, ਤਾਂ ਕਿ
ਜਿੱਦਾਂ ਸਾਡੇ ਘਰ ਮਹਿਮਾਨ ਆਲੇ ਆਪਾਂ ਘਰ ਨੂੰ ਰੰਗ ਰੋਗਨ ਕਰਦੇ ਆ, ਬੈੱਡ ਬੁੱਡ ਵਧੀਆ ਕਰਦੇ ਆ, ਬੈਡਿੰਗ ਬਹੁਤ ਵਧੀਆ ਕਰਦੇ ਆ, ਟੂਟੀਆਂ ਠੀਕ ਕਰਾ ਲੈਂਦੇ, ਬਾਥਰੂਮ ਠੀਕ ਕਰਾ ਲੈਂਦੇ ਆ। ਏਦਾਂ ਜਦੋਂ ਇਹ ਮਹਿਮਾਨ ਆਉਂਦੇ ਆ, ਇਹਨਾਂ ਵਾਸਤੇ ਵੀ ਇੱਕ ਤਾਂ ਇਹ ਇਹਨਾਂ ਦੀ ਸੈਟਿੰਗ ਸਾਰੀ ਵੀ ਕਿੱਥੇ ਆਉਣਗੇ, ਕਿੱਥੇ ਆਪਣੇ ਜਿਹੜੇ ਉਹ ਨੈਸਟ ਬੈੱਡ ਬਣਾਉਣਗੇ, ਕਿੱਥੇ ਬਰੀਡਿੰਗ ਕਰਨਗੇ, ਇਹ ਤਾਂ ਆਪਾਂ ਕਰੀਏ। ਨਾਲ ਦੇ ਨਾਲ ਆਪਾਂ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਬਰਡਿੰਗ ਦੇ ਟੂਰਸ ਆਪਾਂ ਐਸਟੈਬਲਿਸ਼ ਕਰੀਏ, ਤਾਂ ਕਿ ਜਿਹੜੇ ਏਰੀਏ 'ਚ ਆਉਂਦੇ ਆ ਉੱਥੇ ਦੇ ਲੋਕਾਂ ਨੂੰ ਗਾਈਡ ਬਣਾ ਕੇ ਉਹਨਾਂ ਨੂੰ ਇਹਨਾਂ ਤੋਂ ਇੱਕ ਇਨਕਮ ਜਨਰੇਟ ਵੀ ਕੀਤੀ ਜਾ ਸਕਦੀ ਹੈ। ਦਿਖਾ ਕੇ ਉਹਨਾਂ ਨੂੰ ਦੱਸਣਾ ਇਹ ਬਣਦਾ ਆ ਕਿ ਭਾਈ ਪੰਛੀ ਮਰਵਾ ਕੇ ਨਹੀਂ ਇਨਕਮ ਜਨਰੇਟ ਹੁੰਦੀ, ਪੰਛੀਆਂ ਨੂੰ ਦਿਖਾ ਕੇ ਵੀ ਇਨਕਮ ਜਨਰੇਟ ਕੀਤੀ ਜਾ ਸਕਦੀ। ਜਾਨਵਰ ਮਰਵਾ ਕੇ ਨਹੀਂ ਇਨਕਮ ਜਨਰੇਟ ਹੁੰਦੀ ਜਾਂ ਪੈਸੇ ਮਿਲਦੇ, ਜਾਨਵਰ ਨੂੰ ਦਿਖਾ ਕੇ ਵੀ ਉੱਥੋਂ ਜਿਹੜਾ ਇਨਕਮ ਦਾ ਸੋਰਸ ਜੋੜਿਆ ਜਾ ਸਕਦਾ। ਔਰ ਜਿੱਥੇ ਇਨਕਮ ਦਾ ਸੋਰਸ ਨਾਲ ਕਲੱਬ ਹੋ ਗਿਆ, ਉੱਥੇ ਲੋਕਾਂ ਨੇ ਫਿਰ ਆਪ ਅੱਗੇ ਆ ਜਾਣਾ ਵੀ ਇਹਨਾਂ ਦੀ ਕੋਚਿੰਗ ਨਾ। ਡਾਕਟਰ ਸਾਹਿਬ, ਸਮਾਂ ਆਗਿਆ ਨਹੀਂ ਦਿੰਦਾ ਕਿ ਆਪਾਂ ਅੱਗੇ ਹੋਰ ਵਧੀਏ। ਤੁਹਾਡੇ ਨਾਲ ਅਗਲੇ ਵੱਖਰੇ ਅਸੀਂ ਐਪੀਸੋਡ ਦੇ ਵਿੱਚ ਜ਼ਰੂਰ ਗੱਲ ਕਰਾਂਗੇ, ਵੱਖ-ਵੱਖ ਵਿਸ਼ਿਆਂ ਤੇ ਗੱਲ ਕਰਾਂਗੇ। ਪਰ ਤੁਸੀਂ ਅੱਜ ਵਿਸ਼ਵ ਪਸ਼ੂ ਸੁਰੱਖਿਅਤ ਦਿਵਸ ਦੇ ਸੰਬੰਧ ਵਿੱਚ, ਵਰਲਡ ਐਨੀਮਲ ਡੇ ਦੇ ਸੰਬੰਧ ਵਿੱਚ ਬਹੁਤ ਹੀ ਡੂੰਘੀ ਤੇ ਗੰਭੀਰ ਜਾਣਕਾਰੀ ਜਿਹੜੀ ਆ ਉਹ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋ ਪੁਕਾਰ ਟੀਵੀ ਦੀ ਸਮੁੱਚੀ ਟੀਮ ਤੁਹਾਡਾ ਧੰਨਵਾਦ ਕਰਦੀ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਮੇਂ-ਸਮੇਂ ਤੇ ਇਸੇ ਤਰ੍ਹਾਂ ਇਹ ਜਿਹੜੇ ਗਿਆਨ ਦੀ ਚੇਤਨਾ ਪੈਦਾ ਕਰਨ ਲਈ ਸਾਨੂੰ ਸਹਿਯੋਗ ਕਰਦੇ ਰਹੋਗੇ। ਧੰਨਵਾਦ ਜੀ ਸਾਰੇ ਪੁਕਾਰ ਟੀਵੀ ਦੇ ਦਰਸ਼ਕਾਂ ਦਾ ਤੇ ਪੁਕਾਰ ਟੀਵੀ ਦੀ ਆਰਗੇਨਾਈਜ਼ਿੰਗ ਕਮੇਟੀ ਦਾ, ਜਿਨ੍ਹਾਂ ਨੇ ਇੱਕ ਮੌਕਾ ਦਿੱਤਾ ਤਾਂ ਕਿ ਮੈਂ ਬੇਜ਼ੁਬਾਨਿਆਂ ਦੀ ਜਵਾਨ ਬਣ ਕੇ, ਜਿੱਦਾਂ ਅਕਸਰ ਕਹਿੰਦਾ ਆ, ਤੇ ਆਪਾਂ ਉਹ ਜਿਹੜੀ ਗੱਲ ਤੁਹਾਡੇ ਮੂਹਰੇ ਰੱਖ ਪਾਏ। ਤੇ ਅਕਸਰ ਮੈਂ ਆਪਣੀ ਗੱਲ ਨੂੰ ਵਿਰਾਮ ਦਿੰਦੇ ਹੋਏ ਕੋਈ ਚੰਦ ਸਤਰਾਂ ਜਿਹੜੀਆਂ ਬਹੁਤ ਪਹਿਲਾਂ ਕਹਿੰਦਾ ਹੁੰਦਾ ਸੀ, ਪਰ ਉਹ ਅੱਗੇ ਸਹੀ ਹੋ ਗਈਆਂ ਕਿ ਲੋਕਾਂ ਭਾਣੇ ਜਿਉਣਾ ਮੇਰਾ ਹਾਸਾ ਜਿਹਾ ਹੋ ਗਿਆ, ਜਦੋਂ ਦਾ ਜੰਗਲਾਂ ਤੇ ਪੰਛੀਆਂ 'ਚ ਵਾਸਾ ਮੇਰਾ ਹੋ ਗਿਆ। ਉੱਡਦੇ ਪਰਿੰਦੇ ਇੱਥੇ ਚਿੜੀਆਂ ਨੇ ਚਹਿਕਦੀਆਂ, ਖਿੜਦੇ ਨੇ ਫੁੱਲ ਇੱਥੇ ਕਲੀਆਂ ਨੇ ਮਹਿਕਦੀਆਂ, ਲੱਗੇ ਮੈਨੂੰ ਜੰਨਤ 'ਚ ਵਾਸਾ ਮੇਰਾ ਹੋ ਗਿਆ। ਔਰ ਲੋਕਾਂ ਭਾਣੇ ਜਿਉਣਾ ਮੇਰਾ ਹਾਸਾ ਜਿਹਾ ਹੋ ਗਿਆ, ਜਦੋਂ ਦਾ ਜੰਗਲਾਂ ਤੇ ਪੰਛੀਆਂ 'ਚ ਵਾਸਾ ਮੇਰਾ ਹੋ ਗਿਆ। ਗੱਲਾਂ ਮੇਰੀਆਂ ਦਾ ਯਾਰੋ ਹਾਸਾ ਜੇ ਉਡਾਉਂਗੇ, ਲੱਗੇ ਜੇ ਨਾ ਬੂਟੇ ਤੁਸੀਂ ਫੇਰ ਪਛਤਾਉਂਗੇ। ਸਾਹ ਵਾਲੀ ਹਵਾ ਵੀ ਵਿਦੇਸ਼ਾਂ 'ਚੋਂ ਲਿਆਉਣੀ ਪਊ। ਯਸ਼ਪਾਲ ਜੀ, ਉਹ ਹੋ ਗਿਆ, ਆਕਸੀਜਨ ਆ ਗਈ ਇਸ ਵਾਰ ਸਾਡੇ। ਗੱਲਾਂ ਮੇਰੀਆਂ ਦਾ ਯਾਰੋ ਹਾਸਾ ਜੇ ਉਡਾਉਂਗੇ, ਲੱਗੇ ਜੇ ਨਾ ਬੂਟੇ ਤੁਸੀਂ ਫੇਰ ਪਛਤਾਉਂਗੇ। ਸਾਹ ਵਾਲੀ ਹਵਾ ਵੀ ਵਿਦੇਸ਼ਾਂ 'ਚੋਂ ਲਿਆਉਣੀ ਪਊ, ਬੋਤਲ ਦੇ ਪਾਣੀ ਵਾਂਗੂ ਮੁੱਲ ਵੀ ਚੁਕਾਉਣਾ ਪਊ। ਬੋਤਲ ਦੇ ਪਾਣੀ ਵਾਂਗੂ ਮੁੱਲ ਵੀ ਚੁਕਾਉਣਾ ਪਊ। ਸ਼ਾਇਦ ਲੱਗ ਜੂ ਟਿਕਾਣੇ ਗੱਲ, ਦਿਲਾਸਾ ਜਿਹਾ ਹੋ ਗਿਆ, ਲੋਕਾਂ ਭਾਣੇ ਜਿਉਣਾ ਮੇਰਾ ਹਾਸਾ ਜਿਹਾ ਹੋ ਗਿਆ, ਜਦੋਂ ਦਾ ਜੰਗਲਾਂ ਤੇ ਪੰਛੀਆਂ 'ਚ ਵਾਸਾ ਮੇਰਾ ਹੋ ਗਿਆ, ਜੰਗਲਾਂ ਤੇ ਪੰਛੀਆਂ 'ਚ ਵਾਸਾ ਮੇਰਾ ਹੋ ਗਿਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਡਾਕਟਰ ਅਮਨਦੀਪ ਸਿੰਘ ਜੀ, ਬਹੁਤ ਬਹੁਤ ਮਿਹਰਬਾਨੀ ਜੀ।